ਇੰਜੀਨੀਅਰਿੰਗ ਮੈਥਮੈਟਿਕਸ 1 ਦੇ ਲੈਕਚਰ ਵਿੱਚ ਤੁਹਾਡਾ ਸਵਾਗਤ ਹੈ ਅਤੇ ਅੱਜ ਅਸੀਂ ਦੋ ਵੇਰੀਏਬਲ ਦੀ ਡਿਫਰੈਂਸ਼ੀਏਬਿਲਿਟੀ ਦੋ ਵੇਰੀਏਬਲਸ ਦੇ ਫੰਕਸ਼ਨਾਂ ਬਾਰੇ ਗੱਲ ਕਰਾਂਗੇ ਅਤੇ ਇਹ ਲੈਕਚਰ ਨੰਬਰ 12 ਹੈ। ਅਸੀਂ ਪਹਿਲਾਂ ਦੋ ਵੇਰੀਏਬਲਸ ਦੇ ਫੰਕਸ਼ਨਾਂ ਲਈ ਡਿਫਰੈਂਸ਼ੀਅਲ ਕਨਸੈਪਟ ਪੇਸ਼ ਕਰਾਂਗੇ ਅਤੇ ਫਿਰ ਅਸੀਂ ਡਿਫਰੈਂਸ਼ੀਏਬਿਲਿਟੀ ਲਈ ਜ਼ਰੂਰੀ ਕੰਡੀਸ਼ਨਸ ਅਤੇ ਡਿਫਰੈਂਸ਼ੀਏਬਿਲਿਟੀ ਲਈ ਉਪਯੁਕਤ ਕੰਡੀਸ਼ਨਸ ਵੀ ਪ੍ਰਾਪਤ ਕਰਾਂਗੇ। ਕੇਵਲ ਸਿੰਗਲ ਵੇਰੀਏਬਲ ਦੀ ਡਿਫਰੈਂਸ਼ੀਏਬਿਲਿਟੀ ਨੂੰ ਯਾਦ ਕਰਨ ਲਈ ਜਿਸ ਬਾਰੇ ਅਸੀਂ ਪਿਛਲੇ ਲੈਕਚਰ ਵਿੱਚ ਪੜ੍ਹਿਆ ਹੈ। ਉਹ ਤਿੰਨ ਕਨਸੈਪਟ ਜੋ ਸਿੰਗਲ ਵੇਰੀਏਬਲ ਦੇ ਫੰਕਸ਼ਨਾਂ ਦੇ ਡਿਫਰੈਂਸ਼ੀਅਲ ਨੂੰ ਪਰਿਭਾਸ਼ਿਤ ਕਰਨ ਲਈ ਸਾਡੇ ਕੋਲ ਹਨ। ਇੱਕ ਡੈਰੀਵੇਟਿਵ ਦੀ ਮੌਜੂਦਗੀ ਸੀ। ਜੇ ਇਹ ਲਿਮਿਟ f(x + Δx - f(x) ਓਵਰ Δx ਹੈ, ਜਿਸ ਨੂੰ ਅਸੀਂ x ਤੇ ਫੰਕਸ਼ਨ f ਦਾ ਡੈਰੀਵੇਟਿਵ ਕਹਿੰਦੇ ਹਾਂ ਅਤੇ ਇਸ ਨੂੰ f' ਦੁਆਰਾ ਦਰਸਾਇਆ ਗਿਆ ਸੀ। ਜੇ ਇਹ ਡੈਰੀਵੇਟਿਵ ਮੌਜੂਦ ਹੈ ਤਾਂ ਅਸੀਂ ਫੰਕਸ਼ਨ ਨੂੰ ਡਿਫਰੈਂਸ਼ੀਏਬਲ ਕਹਿੰਦੇ ਹਾਂ। ਦੂਜਾ ਕਨਸੈਪਟ ਜੋ ਵਧੇਰੇ ਜਨਰਲ ਹੈ ਅਤੇ ਅਸੀਂ ਹੁਣ ਵਾਸਤਵ ਵਿੱਚ ਇਸ ਦੀ ਵਰਤੋਂ ਇੱਕ ਤੋਂ ਵੱਧ ਵੇਰੀਏਬਲ ਦੇ ਫੰਕਸ਼ਨਾਂ ਦੀ ਡਿਫਰੈਂਸ਼ੀਏਬਿਲਿਟੀ ਪ੍ਰਾਪਤ ਕਰਨ ਲਈ ਕਰਾਂਗੇ ਅਤੇ ਇਸ ਸਥਿਤੀ ਵਿੱਚ ਅਸੀਂ ਦੇਖਿਆ ਹੈ ਕਿ ਜੇ ਅਸੀਂ ਇਸ ਡੈਲਟਾ y ਨੂੰ ਦਰਸਾ ਸਕਦੇ ਹਾਂ ਜੋ ਡੈਲਟਾ y ਵਿੱਚ ਤਬਦੀਲੀ ਹੈ ਜਦੋਂ ਅਸੀਂ x ਵਿੱਚ ਡੈਲਟਾ x ਨੂੰ ਬਦਲਦੇ ਹਾਂ ਅਤੇ ਜੇ ਅਸੀਂ ਇਸ ਤਬਦੀਲੀ ਨੂੰ ਇਸ dy + ਐਪਸਿਲੋਨ ਡੈਲਟਾ x ਦੇ ਰੂਪ ਵਿੱਚ ਦਰਸਾ ਸਕਦੇ ਹਾਂ dy ਜਿਸ ਨੂੰ ਅਸੀਂ ਡਿਫਰੈਂਸ਼ੀਅਲ ਕਹਿੰਦੇ ਹਾਂ। ਡੈਲਟਾ x ਵਿੱਚ ਇੱਕ ਲੀਨੀਅਰ ਟਰਮ ਸੀ ਅਤੇ ਇਹ ਟਾਈਮਸ ਡੈਲਟਾ x ਸੀ ਇੱਥੇ ਡੈਲਟਾ x ਤੋਂ ਇੰਡੀਪੈਂਡੈਂਟ ਸੀ ਅਤੇ ਇਹ ਐਪਸਿਲੋਨ ਟਰਮ 0 ਤੇ ਜਾਣਾ ਚਾਹੀਦਾ ਹੈ ਕਿਉਂਕਿ ਡੈਲਟਾ x 0 ਹੋਵੇਗਾ। ਤੀਜਾ ਡਿਫਰੈਂਸ਼ੀਏਬਿਲਿਟੀ ਦੀ ਟੈਸਟਿੰਗ ਲਈ ਉਪਯੋਗੀ ਸੀ ਅਤੇ ਜੋ ਅਸੀਂ ਵੇਖਿਆ ਹੈ ਜੇ ਇਹ ਕੋਸ਼ੰਟ ਇੱਥੇ ਡੈਲਟਾ y - dy ਓਵਰ ਡੈਲਟਾ x ਅਤੇ ਜਦੋਂ ਅਸੀਂ ਇਹ ਲਿਮਿਟ ਲੈਂਦੇ ਹਾਂ ਡੈਲਟਾ x 0 ਤੇ ਜਾਂਦਾ ਹੈ ਤਾਂ ਇਹ 0 ਹੋ ਜਾਂਦਾ ਹੈ ਤਾਂ ਅਸੀਂ ਫੰਕਸ਼ਨ ਨੂੰ ਡਿਫਰੈਂਸ਼ੀਏਬਲ ਕਹਿੰਦੇ ਹਾਂ। ਇਸ ਲਈ ਇਹ ਸਿਰਫ ਇਸ ਰਿਲੇਸ਼ਨ ਦਾ ਨਤੀਜਾ ਸੀ ਜਦੋਂ ਅਸੀਂ ਇਸ dy ਨੂੰ ਲੈਫਟ ਸਾਈਡ ਲੈਂਦੇ ਹਾਂ ਅਤੇ ਡੈਲਟਾ x ਨਾਲ ਡਿਵਾਈਡ ਕਰਦੇ ਹਾਂ ਇਸ ਲਿਮਿਟ ਨੂੰ ਲੈ ਕੇ ਕਿਉਂਕਿ ਐਪਸਿਲੋਨ 0 ਹੋ ਜਾਂਦਾ ਹੈ। ਸਾਨੂੰ ਇਸ ਰਿਲੇਸ਼ਨ ਤੋਂ ਇਹ ਰਿਲੇਸ਼ਨ ਪ੍ਰਾਪਤ ਹੁੰਦਾ ਹੈ ਪਰ ਇਹ ਬਹੁਤ ਸਾਰੇ ਕੇਸ ਵਿੱਚ ਡਿਫਰੈਂਸ਼ੀਏਬਿਲਿਟੀ ਦੀ ਟੈਸਟਿੰਗ ਲਈ ਉਪਯੋਗੀ ਸੀ। ਪਰ ਇੱਥੇ ਪੁਆਇੰਟ ਕੀ ਸੀ ਕਿ ਇਹ ਤਿੰਨੋਂ ਪਰਿਭਾਸ਼ਾਵਾਂ ਡਿਫਰੈਂਸ਼ੀਏਬਿਲਿਟੀ ਦੇ ਲਈ ਬਰਾਬਰ ਹਨ। ਡੈਰੀਵੇਟਿਵ ਦੀ ਮੌਜੂਦਗੀ ਅਸੀਂ ਦੇਖਿਆ ਹੈ ਕਿ ਇਹ ਸਿੰਗਲ ਵੇਰੀਏਬਲ ਦੇ ਫੰਕਸ਼ਨ ਦੀ ਡਿਫਰੈਂਸ਼ੀਏਬਿਲਿਟੀ ਨੂੰ ਦਰਸਾਉਂਦਾ ਹੈ। ਪਰ ਅੱਜ ਅਸੀਂ ਇਹ ਦੇਖਾਂਗੇ ਕਿ ਡੈਰੀਵੇਟਿਵਸ ਦੀ ਮੌਜੂਦਗੀ ਜਿਸ ਨੂੰ ਅਸੀਂ x ਜਾਂ y ਦੇ ਸੰਬੰਧ ਵਿੱਚ ਪਾਰਸ਼ਲ ਡੈਰੀਵੇਟਿਵਸ ਕਹਿੰਦੇ ਹਾਂ ਜੋ ਕਿ ਦੋ ਵੇਰੀਏਬਲ ਦੇ ਫੰਕਸ਼ਨਾਂ ਦੀ ਡਿਫਰੈਂਸ਼ੀਏਬਿਲਿਟੀ ਲਈ ਕਾਫੀ ਨਹੀਂ ਹੈ। ਉਦਾਹਰਣ ਦੇ ਲਈ ਇੱਥੇ ਦੋ ਵੇਰੀਏਬਲ ਦੇ ਫੰਕਸ਼ਨਾਂ ਦੀ ਡਿਫਰੈਂਸ਼ੀਏਬਿਲਿਟੀ ਨੂੰ ਪਰਿਭਾਸ਼ਿਤ ਕਰਨ ਲਈ ਅਸੀਂ ਇਸ ਫੰਕਸ਼ਨ z ਨੂੰ f(x, y) ਦੇ ਬਰਾਬਰ ਲੈਂਦੇ ਹਾਂ ਅਤੇ ਇਸ ਨੂੰ ਪੁਆਇੰਟ x, y ਜਨਰਲ ਪੁਆਇੰਟ x, y ਤੇ ਡਿਫਰੈਂਸ਼ੀਏਬਲ ਕਿਹਾ ਜਾਂਦਾ ਹੈ। ਜੇਕਰ ਇਸ ਪੁਆਇੰਟ ਤੇ ਅਸੀਂ ਇਸ ਤਬਦੀਲੀ ਨੂੰ z ਵਿੱਚ ਦਰਸਾ ਸਕਦੇ ਹਾਂ। ਹੁਣ ਸਾਡੇ ਕੋਲ ਇਹ z x ਅਤੇ y ਤੇ ਡਿਪੈਂਡੈਂਟ ਵੇਰੀਏਬਲ ਦੇ ਰੂਪ ਵਿੱਚ ਹੈ ਇਸ ਲਈ x, y ਇੱਥੇ ਇੰਡੀਪੈਂਡੈਂਟ ਵੇਰੀਏਬਲ ਹਨ। ਜੇ ਡੈਲਟਾ y ਵਿੱਚ ਇਹ ਬਦਲਾਅ ਬਰਾਬਰ ਹੈ a ਟਾਈਮਸ ਡੈਲਟਾ x + b ਟਾਈਮ ਡੈਲਟਾ y ਪਲੱਸ ਐਪਸਿਲੋਨ 1 ਟਾਈਮਸ ਡੈਲਟਾ x ਅਤੇ ਐਪਸਿਲੋਨ 2 ਟਾਈਮਸ ਡੈਲਟਾ y ਤਾਂ ਇਹ ਸਿਰਫ ਉਸ ਪਰਿਭਾਸ਼ਾ ਦਾ ਵਿਸਥਾਰ ਹੈ ਜਿਸ ਦੀ ਵਰਤੋਂ ਅਸੀਂ ਇੱਕ ਵੇਰੀਏਬਲ ਦੇ ਫੰਕਸ਼ਨਾਂ ਲਈ ਕੀਤੀ ਹੈ ਅਤੇ ਹੁਣ ਇਸ ਮਾਮਲੇ ਵਿੱਚ ਦੁਬਾਰਾ a ਅਤੇ b ਉਹ ਡੈਲਟਾ x ਅਤੇ ਡੈਲਟਾ y ਤੋਂ ਇੰਡੀਪੈਂਡੈਂਟ ਹਨ ਅਤੇ ਇਹ ਐਪਸਿਲੋਨ 1 ਅਤੇ ਐਪਸਿਲੋਨ 2 ਉਹਨਾਂ ਨੂੰ 0 ਹੋਣਾ ਚਾਹੀਦਾ ਹੈ ਕਿਉਂਕਿ ਡੈਲਟਾ x ਡੈਲਟਾ y 0 ਤੇ ਜਾਂਦਾ ਹੈ ਇਸ ਲਈ ਦੁਬਾਰਾ ਸਾਡੇ ਕੋਲ ਇਹ ਲੀਨੀਅਰ ਟਰਮ ਹੈ ਅਤੇ ਫਿਰ ਇਹ ਕੁਆਡਰੈਟਿਕ ਜਾਂ ਨਾਨ ਲੀਨੀਅਰ ਦੀ ਬਜਾਏ ਨਾਨ ਲੀਨੀਅਰ ਟਰਮ ਹੈ ਕਿਉਂਕਿ ਅਸੀਂ ਨਹੀਂ ਜਾਣਦੇ ਹਾਂ ਕਿ ਐਪਸਿਲੋਨ 1 ਅਤੇ ਐਪਸਿਲੋਨ 2 ਤੇ ਡੈਲਟਾ x ਦੀ ਡਿਪੈਂਡੈਂਸੀ ਕੀ ਹੈ ਇਸ ਲਈ ਸਾਡੇ ਕੋਲ ਇੱਥੇ ਲੀਨੀਅਰ ਟਰਮ ਹੈ ਅਤੇ ਇਸ ਬਾਕੀ ਨੂੰ ਪਾਸ ਕਰਦੇ ਹਾਂ। ਦੁਬਾਰਾ ਇੱਥੇ a ਅਤੇ b ਡੈਲਟਾ x ਅਤੇ ਡੈਲਟਾ y ਤੋਂ ਇੰਡੀਪੈਂਡੈਂਟ ਹਨ ਅਤੇ ਐਪਸਿਲੋਨ 1 ਅਤੇ ਐਪਸਿਲੋਨ 2 ਡੈਲਟਾ x ਅਤੇ ਡੈਲਟਾ y ਦੇ ਫੰਕਸ਼ਨ ਹਨ ਜਿਵੇਂ ਕਿ ਇਹ ਐਪਸਿਲੋਨ 1 0 ਦੇ ਬਰਾਬਰ ਹੁੰਦਾ ਹੈ ਜਦੋਂ ਅਸੀਂ ਇਹ ਲਿਮਿਟ ਲੈਂਦੇ ਹਾਂ ਡੈਲਟਾ x 0 ਤੇ ਜਾਂਦਾ ਹੈ ਅਤੇ ਡੈਲਟਾ y 0 ਤੇ ਜਾਂਦਾ ਹੈ ਇਹ ਐਪਸਿਲੋਨ 2 ਵੀ ਜਦੋਂ ਅਸੀਂ ਇਸ ਲਿਮਿਟ ਨੂੰ ਡੈਲਟਾ x ਅਤੇ ਡੈਲਟਾ y ਦੇ ਤੌਰ ਤੇ ਲੈਂਦੇ ਹਾਂ ਦੋਵੇਂ 0 ਤੇ ਜਾਂਦੇ ਹਨ ਤਾਂ ਐਪਸਿਲੋਨ 2 ਨੂੰ 0 ਹੋਣਾ ਚਾਹੀਦਾ ਹੈ। ਦੁਬਾਰਾ ਇਹ ਲੀਨੀਅਰ ਫੰਕਸ਼ਨ ਜੋ ਕਿ ਇਹ ਡੈਲਟਾ x + b ਡੈਲਟਾ y
ਹੈ ਉਸ ਨੂੰ ਕੁੱਲ ਡਿਫਰੈਂਸ਼ੀਅਲ ਕਿਹਾ ਜਾਂਦਾ ਹੈ, ਜੋ ਅਸੀਂ ਇੱਥੇ ਸਿੰਗਲ ਵੇਰੀਏਬਲਸ ਦੇ ਫੰਕਸ਼ਨਾਂ ਦੇ ਮਾਮਲੇ ਵਿੱਚ ਵੀ ਪੇਸ਼ ਕੀਤਾ ਹੈ। ਇੱਥੇ ਇਸ ਨੂੰ z ਦਾ ਕੁੱਲ ਡਿਫਰੈਂਸ਼ੀਅਲ ਕਿਹਾ ਜਾਂਦਾ ਹੈ ਇਸ ਪੁਆਇੰਟ ਤੇ ਜੋ ਕਿ ਜਨਰਲ ਪੁਆਇੰਟ xy ਹੈ, ਅਤੇ ਇਸ ਨੂੰ ਡੈਲਟਾ z ਦੁਆਰਾ ਦਰਸਾਇਆ ਗਿਆ ਹੈ। ਇਸ ਲਈ ਹੁਣ ਅਸੀਂ ਇਸ ਨੂੰ dz ਦੁਆਰਾ ਦਰਸਾਵਾਂਗੇ ਜੋ ਕਿ ਇਸ ਐਕਸਪ੍ਰੈਸ਼ਨ ਅਤੇ ਡੈਲਟਾ ਦਾ ਲੀਨੀਅਰ ਹਿੱਸਾ ਹੈ। z ਜੋ z ਵਿੱਚ ਤਬਦੀਲੀ ਹੈ ਜਦੋਂ ਅਸੀਂ x ਅਤੇ y ਵਿੱਚ ਡੈਲਟਾ x ਅਤੇ ਡੈਲਟਾ y ਦੁਆਰਾ ਬਦਲਾਅ ਕਰਦੇ ਹਾਂ। ਇਹ dz, ਜਿਸ ਨੂੰ ਅਸੀਂ ਡਿਫਰੈਂਸ਼ੀਅਲ ਟਰਮ ਜਾਂ ਕੁੱਲ ਡਿਫਰੈਂਸ਼ੀਅਲ ਕਹਿੰਦੇ ਹਾਂ, ਇਹ ਡੈਲਟਾ x ਅਤੇ b ਡੈਲਟਾ y ਦੇ ਬਰਾਬਰ ਹੈ। ਸੈਟ ਵਿੱਚ ਇਸ ਪਰਿਵਰਤਨ ਦਾ ਉਹ ਲੀਨੀਅਰ ਹਿੱਸਾ ਜਿਸ ਨੂੰ ਅਸੀਂ ਵੀ ਦਰਸਾ ਸਕਦੇ ਹਾਂ ਕਿਉਂਕਿ ਅਸੀਂ ਕੱਲ੍ਹ ਵੇਖਿਆ ਹੈ ਕਿ ਡੈਲਟਾ x ਜਾਂ dx ਉਹ ਇੱਕੋ ਜਿਹੇ ਹਨ ਕਿਉਂਕਿ ਉਹ x ਵਿੱਚ ਤਬਦੀਲੀ ਨੂੰ ਮਾਪਦੇ ਹਨ। ਅਤੇ ਇਸ ਕੇਸ ਵਿੱਚ ਕਿਉਂਕਿ ਸਾਡੇ ਕੋਲ ਦੋ ਵੇਰੀਏਬਲ ਹਨ ਇਸ ਲਈ ਡੈਲਟਾ x ਅਤੇ ਡੈਲਟਾ y ਜਾਂ dx ਜਾਂ dy ਉਹ x ਅਤੇ y ਐਕਸਿਸ ਦੇ ਨਾਲ ਪਰਿਵਰਤਨ ਨੂੰ ਮਾਪਦੇ ਹਨ। ਇਹ ਡੈਲਟਾ z ਫੰਕਸ਼ਨ ਵੈਲਿਊ ਵਿੱਚ ਤਬਦੀਲੀ ਹੈ ਜਦੋਂ ਕਿ ਇਹ dz ਵੱਖਰਾ ਹੈ ਜੋ ਕਿ ਟੈਂਜੈਂਟ ਪਲੇਨ ਦੇ ਨਾਲ ਤਬਦੀਲੀ ਹੈ। ਇਸ ਕੇਸ ਵਿੱਚ ਇੱਕ ਵੇਰੀਏਬਲ ਦੇ ਕੇਸ ਵਿੱਚ ਇਹ ਟੈਂਜੈਂਟ ਲਾਈਨ ਦੇ ਨਾਲ ਸੀ। ਜੇ ਇਹ ਡੈਲਟਾ x ਅਤੇ ਡੈਲਟਾ y ਕਾਫੀ ਛੋਟੇ ਹਨ, ਤਾਂ ਇਹ dz ਜੋ ਕਿ z ਦਾ ਡਿਫਰੈਂਸ਼ੀਅਲ ਹੈ ਕਿ ਇਹ ਪੁਆਇੰਟ ਕਲੋਜ਼ ਅਪਰੋਕਸੀਮੇਸ਼ਨ ਹੋਵੇਗਾ ਜਾਂ ਸੈਟ ਵਿੱਚ ਡੈਲਟਾ ਪਰਿਵਰਤਨ ਵਿੱਚ ਤਬਦੀਲੀ ਦਾ ਇੱਕ ਚੰਗਾ ਅਪਰੋਕਸੀਮੇਸ਼ਨ ਹੋਵੇਗਾ ਜੋ ਡੈਲਟਾ z ਹੈ। ਕਿਉਂਕਿ ਡੈਲਟਾ x ਅਤੇ ਡੈਲਟਾ y ਦੀਆਂ ਛੋਟੀਆਂ ਵੈਲਿਊ ਲਈ ਇਹ ਨਾਨ ਲੀਨੀਅਰ ਟਰਮ ਜੋ ਕਿ 0 ਹੋ ਜਾਵੇਗੀ ਅਤੇ ਸਾਡੇ ਕੋਲ ਇਸ ਲੀਨੀਅਰ ਟਰਮ ਦੁਆਰਾ ਜਾਂ ਘੱਟੋ ਘੱਟ ਪੁਆਇੰਟ xy ਦੇ ਆਸ-ਪਾਸ ਬਹੁਤ ਹੀ ਵਧੀਆ ਅਪਰੋਕਸੀਮੇਸ਼ਨ ਹੋਵੇਗਾ। ਡਿਫਰੈਂਸ਼ੀਏਬਿਲਿਟੀ ਦੀ ਜਿਓਮੈਟ੍ਰੀਕਲ ਇੰਟਰਪ੍ਰੀਟੇਸ਼ਨ ਅਸੀਂ ਸਿੰਗਲ ਵੇਰੀਏਬਲ ਦੇ ਫੰਕਸ਼ਨ ਦੇ ਮਾਮਲੇ ਵਿੱਚ ਦੇਖਿਆ ਹੈ ਕਿ ਇਸ ਪੁਆਇੰਟ x ਤੇ ਫੰਕਸ਼ਨ ਦੀ ਵੈਲਿਊ f(x) 0 ਹੈ। ਇਹ ਟੈਂਜੈਂਟ ਲਾਈਨ ਹੈ। ਇਸ ਦਾ ਅਰਥ ਹੈ ਜੇ ਫੰਕਸ਼ਨ ਡਿਫਰੈਂਸ਼ੀਏਬਲ ਹੈ ਤਾਂ ਅਸੀਂ ਦੇਖਿਆ ਹੈ ਕਿ ਅਸੀਂ ਇੱਕ ਟੈਂਜੈਂਟ ਲਾਈਨ ਬਣਾ ਸਕਦੇ ਹਾਂ ਜਾਂ ਦੂਜੇ ਸ਼ਬਦਾਂ ਵਿੱਚ ਅਸੀਂ ਇਸ ਟੈਂਜੈਂਟ ਲਾਈਨ ਦੁਆਰਾ ਇਸ x0 ਪੁਆਇੰਟ ਦੇ ਆਸ-ਪਾਸ ਇਸ ਫੰਕਸ਼ਨ ਦਾ ਅਨੁਮਾਨ ਲਗਾ ਸਕਦੇ ਹਾਂ, ਜਿਵੇਂ ਕਿ ਅਸੀਂ ਇੱਥੇ ਗ੍ਰਾਫ ਵਿੱਚ ਵੀ ਵੇਖਦੇ ਹਾਂ। ਇਸ ਪੁਆਇੰਟ x0 ਦੇ ਆਸ-ਪਾਸ ਅਸੀਂ ਇਸ ਟੈਂਜੈਂਟ ਲਾਈਨ ਦੁਆਰਾ ਬਹੁਤ ਵਧੀਆ ਅਨੁਮਾਨ ਲਗਾ ਸਕਦੇ ਹਾਂ ਘੱਟੋ ਘੱਟ ਇਸ ਪੁਆਇੰਟ x0 ਦੇ ਆਸ-ਪਾਸ। ਦੋ ਵੇਰੀਏਬਲਸ ਦੇ ਫੰਕਸ਼ਨਾਂ ਦੇ ਕੇਸ ਵਿੱਚ ਸਾਡੇ ਕੋਲ ਇੱਕ ਸਿਮਿਲਰ ਆਰਗੂਮੈਂਟ ਹੈ ਜਾਂ ਇਸ ਕਨਸੈਪਟ ਦੀ ਐਕਸਟੈਂਸ਼ਨ। ਜੇ ਮੰਨ ਲਓ ਕਿ ਇੱਥੇ ਕੋਈ ਪੁਆਇੰਟ ਹੈ x0 y0 ਅਤੇ ਫਿਰ ਇਸ ਕੇਸ ਵਿੱਚ ਜੇ ਫੰਕਸ਼ਨ ਡਿਫਰੈਂਸ਼ੀਏਬਲ ਹੈ, ਫਿਰ ਅਸੀਂ ਇਸ ਪੁਆਇੰਟ ਦੇ ਆਸ-ਪਾਸ ਭਾਗ ਵਿੱਚ ਟੈਂਜੈਂਟ ਪਲੇਨ ਦੁਆਰਾ ਅਨੁਮਾਨ ਲਗਾ ਸਕਦੇ ਹਾਂ। ਜੇ ਸਿੰਗਲ ਵੇਰੀਏਬਲ ਦੇ ਮਾਮਲੇ ਵਿੱਚ ਇਹ ਟੈਂਜੈਂਟ ਲਾਈਨ ਸੀ ਅਤੇ ਹੁਣ ਸਾਡੇ ਕੋਲ ਇਸ ਤਸਵੀਰ ਵਿੱਚ ਦੋ ਵੇਰੀਏਬਲ ਦਾ ਫੰਕਸ਼ਨ ਹੈ, ਅਤੇ ਫਿਰ ਅਸੀਂ ਇਸ ਟੈਂਜੈਂਟ ਪਲੇਨ ਦੁਆਰਾ ਅਨੁਮਾਨ ਲਗਾ ਸਕਦੇ ਹਾਂ, ਜੋ ਅਸਲ ਵਿੱਚ ਉਹ ਲੀਨੀਅਰ ਹਿੱਸਾ ਹੈ ਜਿਸ ਨੂੰ ਅਸੀਂ ਉੱਥੇ ਪਰਿਭਾਸ਼ਾ ਵਿੱਚ ਵੇਖਿਆ ਹੈ। ਡਿਫਰੈਂਸ਼ੀਏਬਿਲਿਟੀ ਲਈ ਜ਼ਰੂਰੀ ਕੰਡੀਸ਼ਨਸ ਕੀ ਹਨ, ਜੋ ਅਸੀਂ ਹੁਣ ਪ੍ਰਾਪਤ ਕਰਾਂਗੇ ਜੇ ਇਹ z f(x, y) ਦੇ ਬਰਾਬਰ ਹੈ, ਇਹ ਫੰਕਸ਼ਨ ਡਿਫਰੈਂਸ਼ੀਏਬਲ ਹੈ। ਇਸ ਦਾ ਮਤਲਬ ਹੈ ਕਿ ਅਸੀਂ ਇਸ ਡੈਲਟਾ ਨੂੰ ਦਰਸਾ ਸਕਦੇ ਹਾਂ। z ਬਰਾਬਰ ਹੈ a ਡੈਲਟਾ x ਪਲੱਸ b ਡੈਲਟਾ y ਪਲੱਸ ਐਪਸੀਲੋਨ ਡੈਲਟਾ x ਪਲੱਸ ਐਪਸੀਲੋਨ ਡੈਲਟਾ y ਦੇ। ਫਿਰ ਅਸੀਂ ਦਿਖਾਵਾਂਗੇ ਕਿ ਫੰਕਸ਼ਨ ਕੰਟੀਨਿਊਅਸ ਹੈ ਅਤੇ ਉਸ ਪੁਆਇੰਟ ਤੇ x ਅਤੇ y ਦੇ ਸੰਬੰਧ ਵਿੱਚ ਪਾਰਸ਼ਲ ਡੈਰੀਵੇਟਿਵਜ਼ ਹਨ ਜਿੱਥੇ ਅਸੀਂ ਡਿਫਰੈਂਸ਼ੀਏਬਿਲਿਟੀ ਬਾਰੇ ਗੱਲ ਕਰ ਰਹੇ ਹਾਂ, ਜਿਸ ਦਾ ਮਤਲਬ ਹੈ ਕਿ ਇੱਥੇ ਇਹ ਡਿਸਕੰਟੀਨਿਊਟੀ ਅਤੇ ਪਾਰਸ਼ਲ ਡੈਰੀਵੇਟਿਵਜ਼ xy ਪੁਆਇੰਟ ਤੇ x ਅਤੇ y ਦੇ ਸੰਬੰਧ ਵਿੱਚ ਪਾਰਸ਼ਲ ਡੈਰੀਵੇਟਿਵਜ਼ ਦੀ ਮੌਜੂਦਗੀ ਡਿਫਰੈਂਸ਼ੀਏਬਿਲਿਟੀ ਦੇ ਲਈ ਇਹ ਦੋਵੇਂ ਜ਼ਰੂਰੀ ਸ਼ਰਤਾਂ ਹਨ। ਕਿਉਂਕਿ ਅਸੀਂ ਦਿਖਾਵਾਂਗੇ ਕਿ ਡਿਫਰੈਂਸ਼ੀਏਬਿਲਿਟੀ ਦਾ ਮਤਲਬ ਹੈ ਕਿ f ਕੰਟੀਨਿਊਅਸ ਹੈ ਅਤੇ ਪੁਆਇੰਟ xy ਤੇ ਪਾਰਸ਼ਲ ਡੈਰੀਵੇਟਿਵਜ਼ ਮੌਜੂਦ ਹਨ। ਅਸੀਂ ਇਹ ਵੀ ਵੇਖਾਂਗੇ ਕਿ ਇਹ ਇੱਥੇ a ਹੈ, ਜੋ ਕਿ ਡੈਲਟਾ x ਅਤੇ ਡੈਲਟਾ y ਤੋਂ ਕੋਨਸਟੈਂਟ ਫਰੀ ਹੈ। ਇਹ ਉਸ ਪੁਆਇੰਟ ਤੇ x ਦੇ ਸੰਬੰਧ ਵਿੱਚ f ਦੇ ਪਾਰਸ਼ਲ ਡੈਰੀਵੇਟਿਵ ਤੋਂ ਇਲਾਵਾ ਕੁਝ ਨਹੀਂ ਹੈ। ਉਸ ਪੁਆਇੰਟ ਤੇ ਇਹ b ਇੱਥੇ y ਦੇ ਸੰਬੰਧ ਵਿੱਚ f ਦੇ ਪਾਰਸ਼ਲ ਡੈਰੀਵੇਟਿਵ ਤੋਂ ਇਲਾਵਾ ਕੁਝ ਨਹੀਂ ਹੈ। ਆਓ ਇਸ ਨੂੰ ਪ੍ਰੂਵ ਕਰੀਏ।
ਜੇ ਅਸੀਂ ਇਹ ਮੰਨ ਲਈਏ ਕਿ ਇਹ f ਡਿਫਰੈਂਸ਼ੀਏਬਲ ਹੈ, ਇਸ ਦਾ ਮਤਲਬ ਹੈ ਕਿ ਅਸੀਂ ਇਸ ਡੈਲਟਾ z ਨੂੰ ਇੱਥੇ ਲਿਖ ਸਕਦੇ ਹਾਂ ਜਿਸ ਦਾ ਅਸੀਂ ਇੰਕਰੀਮੈਂਟ ਕੀਤਾ ਹੈ ਇੱਥੇ ਡੈਲਟਾ x ਅਤੇ ਡੈਲਟਾ y x ਅਤੇ y ਵਿੱਚ। ਅਤੇ ਇਹ ਅੰਤਰ ਡੈਲਟਾ z ਤੋਂ ਇਲਾਵਾ ਕੁਝ ਵੀ ਨਹੀਂ ਹੈ, ਇਸ ਲਈ ਡੈਲਟਾ z ਨੂੰ ਅਸੀਂ a ਡੈਲਟਾ x ਪਲੱਸ b ਡੈਲਟਾ y ਪਲੱਸ ਐਪਸੀਲੋਨ ਡੈਲਟਾ x ਪਲੱਸ ਐਪਸੀਲੋਨ ਡੈਲਟਾ y ਨੂੰ ਡਿਫਰੈਂਸ਼ੀਏਬਿਲਿਟੀ ਦੀ ਪਰਿਭਾਸ਼ਾ ਦੇ ਰੂਪ ਵਿੱਚ ਦਰਸਾ ਸਕਦੇ ਹਾਂ। ਇਸ ਲਈ ਅਜਿਹਾ ਹੋਣ ਤੇ ਹੁਣ ਜੇ ਅਸੀਂ ਇੱਥੇ ਲਿਮਿਟ ਨੂੰ ਡੈਲਟਾ x goes to 0 ਅਤੇ ਡੈਲਟਾ y goes to ਲੈਂਦੇ ਹਾਂ ਤਾਂ ਕੀ ਹੋਵੇਗਾ? ਕਿਉਂਕਿ ਡੈਲਟਾ x 0 ਤੇ ਜਾਂਦਾ ਹੈ ਅਤੇ ਇਹ ਇੱਕ ਫਾਈਨਾਈਟ ਨੰਬਰ ਹੈ, ਇਸ ਲਈ ਇਹ ਅਲੋਪ ਹੋ ਜਾਏਗਾ। ਅਤੇ ਦੁਬਾਰਾ ਇਹ ਇੱਥੇ 0 ਤੇ ਜਾਵੇਗਾ ਕਿਉਂਕਿ ਐਪਸੀਲੋਨ 0 ਤੇ ਵੀ ਜਾਂਦਾ ਹੈ। ਅਤੇ ਡੈਲਟਾ x ਵੀ 0 ਤੇ ਜਾਵੇਗਾ, ਇਸ ਲਈ ਇਹ ਟਰਮ 0 ਤੇ ਜਾਏਗੀ ਅਤੇ ਇਹ ਟਰਮ ਵੀ 0 ਤੇ ਜਾਏਗੀ। ਸਾਡੇ ਕੋਲ ਬਸ ਉਦੋਂ ਹੋਵੇਗਾ ਜਦੋਂ ਅਸੀਂ ਲਿਮਿਟ ਡੈਲਟਾ x goes to 0 ਅਤੇ ਡੈਲਟਾ y goes to 0 ਲਵਾਂਗੇ। ਸਾਡੇ ਕੋਲ ਇਸ f(x) ਪਲੱਸ ਡੈਲਟਾ xy ਪਲੱਸ ਡੈਲਟਾ y ਦੀ ਲਿਮਿਟ ਹੋਵੇਗੀ ਜਦੋਂ ਡੈਲਟਾ x goes to 0 ਡੈਲਟਾ y goes to 0 ਜੋ f(x) y ਦੇ ਬਰਾਬਰ ਹੁੰਦਾ ਹੈ। ਅਤੇ ਇਹ ਕੰਟੀਨਿਊਇਟੀ ਨੂੰ ਦਰਸਾਉਣ ਲਈ f ਦੀ ਕੰਟੀਨਿਊਇਟੀ ਤੋਂ ਇਲਾਵਾ ਕੁਝ ਨਹੀਂ ਹੈ। ਅਸੀਂ ਆਸ-ਪਾਸ ਦਾ ਇੱਕ ਪੁਆਇੰਟ ਲੈਂਦੇ ਹਾਂ ਅਤੇ ਫਿਰ ਅਸੀਂ ਲਿਮਿਟ ਲੈਂਦੇ ਹਾਂ ਅਤੇ ਇਸ ਨੂੰ ਫੰਕਸ਼ਨ ਵੈਲਿਊ x ਅਤੇ y ਤੱਕ ਪਹੁੰਚਣਾ ਚਾਹੀਦਾ ਹੈ। ਇਸ ਤੋਂ ਇੰਡੀਪੈਂਡੈਂਟ ਅਸੀਂ ਕਿਸੇ ਵੀ ਪਾਥ ਦੇ ਨਾਲ ਇਸ ਡੈਲਟਾ x to 0 ਡੈਲਟਾ y to 0 ਲੈ ਕੇ ਇਸ xy ਪੁਆਇੰਟ ਤੇ ਕਿਵੇਂ ਪਹੁੰਚਦੇ ਹਾਂ, ਜੋ ਇੱਥੇ f ਦੀ ਕੰਟੀਨਿਊਇਟੀ ਸੀ ਜਿਸ ਨੂੰ ਅਸੀਂ ਪ੍ਰੂਵ ਕਰ ਦਿੱਤਾ ਹੈ। ਅਸੀਂ ਇਹ ਮੰਨਿਆ ਕਿ ਜੇ f ਡਿਫਰੈਂਸ਼ੀਏਬਲ ਹੈ ਤਾਂ ਅਸੀਂ ਇਸ ਨੂੰ ਇਸ ਫਾਰਮ ਵਿੱਚ ਦਰਸਾ ਸਕਦੇ ਹਾਂ ਅਤੇ ਕੇਵਲ ਇਸ ਲਿਮਿਟ ਨੂੰ ਲੈ ਕੇ ਅਸੀਂ ਵੇਖਿਆ ਹੈ ਕਿ ਫੰਕਸ਼ਨ ਕੰਟੀਨਿਊਅਸ ਹੋਣਾ ਚਾਹੀਦਾ ਹੈ ਜੇਕਰ ਫੰਕਸ਼ਨ ਡਿਫਰੈਂਸ਼ੀਏਬਲ ਹੈ। ਇਸ ਦੇ ਬਾਅਦ ਅਸੀਂ ਜਾਰੀ ਰੱਖਾਂਗੇ ਜ਼ਰੂਰੀ ਕੰਡੀਸ਼ਨ ਇਹ ਦੂਜੀ। ਅਸੀਂ ਦੁਬਾਰਾ ਮੰਨਦੇ ਹਾਂ ਕਿ f ਡਿਫਰੈਂਸ਼ੀਏਬਲ ਹੈ ਤਾਂ ਅਸੀਂ ਇਸ ਡੈਲਟਾ f ਜਾਂ ਡੈਲਟਾ z ਨੂੰ a ਡੈਲਟਾ x b ਡੈਲਟਾ y ਅਤੇ ਇਸ ਐਪਸੀਲੋਨ 2 ਦੇ ਰੂਪ ਵਿੱਚ ਦਰਸਾ ਸਕਦੇ ਹਾਂ। ਅਤੇ ਹੁਣ ਕਿਉਂਕਿ ਡੈਲਟਾ x ਅਤੇ ਡੈਲਟਾ y ਆਰਬਿਟਰੇਰੀ ਹਨ, ਅਸੀਂ ਇੱਥੇ ਆਸ-ਪਾਸ ਕੁਝ ਵੀ ਚੁਣ ਸਕਦੇ ਹਾਂ। ਇਸ ਲਈ ਅਸੀਂ ਕੀ ਸੈੱਟ ਕੀਤਾ ਹੈ, ਜੇਕਰ ਅਸੀਂ ਡੈਲਟਾ y ਨੂੰ 0 ਦੇ ਬਰਾਬਰ ਸੈੱਟ ਕਰਦੇ ਹਾਂ ਅਤੇ ਫਿਰ ਡੈਲਟਾ x ਨਾਲ ਡਿਵਾਈਡ ਕਰਦੇ ਹਾਂ ਤਾਂ ਸਾਨੂੰ ਕੀ ਮਿਲੇਗਾ? ਤਾਂ ਸਾਨੂੰ ਮਿਲੇਗਾ ਇੱਥੇ a x ਪਲੱਸ ਡੈਲਟਾ x ਅਤੇ ਫਿਰ ਡੈਲਟਾ y ਜੋ 0 ਹੈ ਮਾਈਨਸ ਇਸ f(x) y ਅਤੇ ਡੈਲਟਾ x ਨਾਲ ਡਿਵਾਈਡ ਕੀਤਾ ਗਿਆ ਹੈ। ਤਾਂ ਇਹ ਇੱਥੇ ਇਕੁਅਲ ਹੋਵੇਗਾ, ਇਹ ਇੱਥੇ ਰਹੇਗਾ ਅਤੇ ਫਿਰ ਇੱਥੇ ਡੈਲਟਾ y ਨੂੰ 0 ਤੇ ਸੈੱਟ ਕੀਤਾ ਗਿਆ ਹੈ, ਇਸ ਲਈ ਇਹ ਟਰਮ 0 ਹੈ। ਅਤੇ ਫਿਰ ਐਪਸੀਲੋਨ 1 ਹੈ ਕਿਉਂਕਿ ਅਸੀਂ ਡੈਲਟਾ x ਨਾਲ ਡਿਵਾਈਡ ਕਰ ਰਹੇ ਹਾਂ ਅਤੇ ਇਹ ਟਰਮ 0 ਤੇ ਜਾਵੇਗੀ ਕਿਉਂਕਿ ਅਸੀਂ ਡੈਲਟਾ y ਨੂੰ 0 ਤੇ ਸੈੱਟ ਕੀਤਾ ਹੈ। ਕਿਉਂਕਿ ਇਹ ਦੁਬਾਰਾ ਅਸੀਂ ਇਸ ਪੁਆਇੰਟ xy ਦੇ ਆਸ-ਪਾਸ ਹਾਂ, ਇਸ ਲਈ ਜੇ ਅਸੀਂ ਇੱਥੇ ਇੱਕ ਪੁਆਇੰਟ xy ਬਾਰੇ ਗੱਲ ਕਰ ਰਹੇ ਹਾਂ ਤਾਂ ਅਸੀਂ ਸਿਰਫ ਡੈਲਟਾ y ਨੂੰ 0 ਤੇ ਸੈੱਟ ਕੀਤਾ ਹੈ। ਅਸੀਂ ਇਸ x ਐਕਸਿਸ ਦੇ ਨਾਲ ਆਸ-ਪਾਸ ਹਾਂ। ਇਸ ਸਮੇਂ ਇੱਥੇ ਇਸ ਡੈਲਟਾ x ਨੂੰ 0 ਦੇ ਬਰਾਬਰ ਨਾ ਹੋਣ ਨਾਲ ਅਤੇ ਇਸ ਲਈ ਅਸੀਂ ਇਹ ਕਰ ਸਕਦੇ ਹਾਂ ਕਿ ਅਸੀਂ ਕੋਈ ਵੀ ਡੈਲਟਾ x ਅਤੇ ਕੋਈ ਵੀ ਡੈਲਟਾ y ਲੈ ਸਕਦੇ ਹਾਂ ਅਤੇ ਇਸ ਰਿਲੇਸ਼ਨ ਨੂੰ ਹੋਲਡ ਰੱਖਣਾ ਚਾਹੀਦਾ ਹੈ। ਇਸ ਲਈ ਅਸੀਂ ਕੀ ਕੀਤਾ ਹੈ, ਅਸੀਂ ਡੈਲਟਾ y ਨੂੰ 0 ਤੇ ਲੈ ਗਏ ਹਾਂ ਅਤੇ ਫਿਰ ਡੈਲਟਾ x ਨਾਲ ਡਿਵਾਈਡ ਕੀਤਾ ਹੈ। ਅਤੇ ਹੁਣ ਅਸੀਂ ਲੈ ਸਕਦੇ ਹਾਂ ਇਸ ਡੈਲਟਾ x ਦੀ ਲਿਮਿਟ ਜਿਵੇਂ ਕਿ ਇਹ 0 ਤੇ ਜਾਂਦੀ ਹੈ ਅਤੇ ਜੋ ਅਸੀਂ ਪ੍ਰਾਪਤ ਕਰਾਂਗੇ ਇਹ ਪਾਰਸ਼ਲ ਡੈਰੀਵੇਟਿਵ ਹੈ ਉਹ x ਦੇ ਸੰਬੰਧ ਵਿੱਚ f ਦੇ ਪਾਰਸ਼ਲ ਡੈਰੀਵੇਟਿਵ ਦੀ ਪਰਿਭਾਸ਼ਾ ਅਤੇ ਇਹ ਇਕੁਅਲ ਹੋਵੇਗਾ, ਇਸ ਲਈ ਅਸੀਂ ਇੱਥੇ ਦੋਵੇਂ ਪਾਸੇ ਲਿਮਿਟ ਲੈ ਲਈ ਹੈ। ਤਾਂ ਲਿਮਿਟ ਡੈਲਟਾ x goes to 0 ਅਤੇ ਫਿਰ ਇੱਥੇ ਵੀ ਇਸ ਕੇਸ ਵਿੱਚ ਲਿਮਿਟ ਡੈਲਟਾ x goes to 0 ਇਹ ਡੈਲਟਾ x ਡੈਲਟਾ y ਤੋਂ ਇੰਡੀਪੈਂਡੈਂਟ ਹੈ, ਇਸ ਲਈ ਇਹ ਰਹੇਗਾ ਅਤੇ ਇਹ ਐਪਸੀਲੋਨ ਟਰਮ 0 ਤੇ ਜਾਏਗੀ ਜਿਵੇਂ ਕਿ ਡੈਲਟਾ x 0 ਤੇ ਜਾਵੇਗਾ ਤਾਂ ਸਾਨੂੰ ਇਹ ਰਿਲੇਸ਼ਨ ਮਿਲੇਗਾ ਕਿ f(x) xy ਤੇ a ਦੇ ਬਰਾਬਰ ਹੈ। ਅਤੇ ਹੁਣ ਇਸੇ ਤਰ੍ਹਾਂ ਜੋ ਅਸੀਂ ਕਰ ਸਕਦੇ ਹਾਂ ਕਿ ਅਸੀਂ ਹੁਣ ਡੈਲਟਾ x ਨੂੰ 0 ਤੇ ਸੈੱਟ ਕਰ ਸਕਦੇ ਹਾਂ ਅਤੇ ਫਿਰ ਅਸੀਂ ਡੈਲਟਾ y ਨਾਲ ਡਿਵਾਈਡ ਕਰ ਸਕਦੇ ਹਾਂ ਅਤੇ ਦੁਬਾਰਾ ਲਿਮਿਟ ਲੈ ਕੇ ਜਿਵੇਂ ਕਿ ਡੈਲਟਾ y goes to 0 ਸਾਨੂੰ ਮਿਲੇਗਾ f(x) ਮਾਫ ਕਰਨਾ f(y)(x) b ਦੇ ਬਰਾਬਰ ਹੋਵੇਗਾ। ਜੇ ਅਸੀਂ ਹੁਣ ਇਹ ਲਿਮਿਟ ਲੈਂਦੇ ਹਾਂ ਡੈਲਟਾ y goes to 0 ਰਾਈਟ ਹੈਂਡ ਸਾਈਡ ਸਿਰਫ b ਹੋਵੇਗਾ ਕਿਉਂਕਿ ਐਪਸੀਲੋਨ 2 0 ਤੇ ਜਾਵੇਗਾ ਜਦੋਂ ਡੈਲਟਾ y goes to 0 ਹੋਵੇਗਾ ਕਿਉਂਕਿ ਇਸ ਕੇਸ ਵਿੱਚ ਸਾਨੂੰ xy ਤੇ y ਦਾ ਪਾਰਸ਼ਲ ਡੈਰੀਵੇਟਿਵ ਮਿਲੇਗਾ ਜੋ ਬਰਾਬਰ ਹੈ b ਦੇ। ਇਸ ਲਈ ਅਸੀਂ ਹੁਣ ਦੇਖਿਆ ਹੈ ਕਿ ਜੇਕਰ ਫੰਕਸ਼ਨ ਡਿਫਰੈਂਸ਼ੀਏਬਲ ਹੈ ਉਸ ਕੇਸ ਵਿੱਚ
ਇਸ ਪੁਆਇੰਟ x y ਤੇ x ਦਾ ਪਾਰਸ਼ਲ ਡੈਰੀਵੇਟਿਵ ਐਗਜ਼ਿਸਟ ਕਰੇਗਾ ਅਤੇ ਇਹ ਕੁਝ ਹੋਰ ਨਹੀਂ ਪਰ ਇੱਥੇ ਇਹ ਨੰਬਰ a ਹੈ ਜੋ ਕਿ ਇਸ ਡਿਫਰੈਂਸ਼ੀਏਬਿਲਿਟੀ ਦੀ ਪਰਿਭਾਸ਼ਾ ਵਿੱਚ ਦਿਖਾਈ ਦੇ ਰਿਹਾ ਹੈ। ਅਤੇ ਉਸ ਪੁਆਇੰਟ ਤੇ y ਦੇ ਸੰਬੰਧ ਵਿੱਚ ਪਾਰਸ਼ਲ ਡੈਰੀਵੇਟਿਵ ਐਗਜ਼ਿਸਟ ਕਰੇਗਾ ਅਤੇ ਵੈਲਿਊ b ਹੋਵੇਗੀ ਜੋ ਡਿਫਰੈਂਸ਼ੀਏਬਿਲਿਟੀ ਦੀ ਪਰਿਭਾਸ਼ਾ ਵਿੱਚ ਇੱਥੇ ਦਿਖਾਈ ਦੇ ਰਹੀ ਹੈ। ਜੋ ਅਸੀਂ ਹੁਣ ਵੇਖਿਆ ਹੈ ਕਿ ਜੇ ਕੋਈ ਫੰਕਸ਼ਨ ਡਿਫਰੈਂਸ਼ੀਏਬਲ ਹੈ ਤਾਂ ਇਹ ਕੰਟੀਨਿਊਅਸ ਹੋਣਾ ਚਾਹੀਦਾ ਹੈ ਅਤੇ ਨਾ ਸਿਰਫ ਕੰਟੀਨਿਊਅਸ ਪਰ ਪਾਰਸ਼ਲ ਡੈਰੀਵੇਟਿਵਜ਼ ਉਸ ਪੁਆਇੰਟ ਤੇ ਐਗਜ਼ਿਸਟ ਹੋਣੇ ਚਾਹੀਦੇ ਹਨ ਜਿੱਥੇ ਫੰਕਸ਼ਨ ਡਿਫਰੈਂਸ਼ੀਏਬਲ ਹੁੰਦਾ ਹੈ। ਇਹ ਡਿਫਰੈਂਸ਼ੀਏਬਿਲਿਟੀ ਲਈ ਜ਼ਰੂਰੀ ਕੰਡੀਸ਼ਨਜ਼ ਹਨ। ਜੇਕਰ ਇੱਕ ਕੰਡੀਸ਼ਨ ਹੋਵੇ ਜਿਵੇਂ ਕਿ ਫੰਕਸ਼ਨ ਕੰਟੀਨਿਊਅਸ ਨਹੀਂ ਹੈ ਜਾਂ ਇਹਨਾਂ ਦੋ ਪਾਰਸ਼ਲ ਡੈਰੀਵੇਟਿਵਜ਼ ਵਿੱਚੋਂ ਇੱਕ ਮੌਜੂਦ ਨਹੀਂ ਹੈ ਤਾਂ ਉਸ ਕੇਸ ਵਿੱਚ ਅਸੀਂ ਤੁਰੰਤ ਦਾਅਵਾ ਕਰ ਸਕਦੇ ਹਾਂ ਕਿ ਫੰਕਸ਼ਨ ਡਿਫਰੈਂਸ਼ੀਏਬਲ ਨਹੀਂ ਹੈ ਕਿਉਂਕਿ ਇਹ ਦੋਵੇਂ ਜ਼ਰੂਰੀ ਕੰਡੀਸ਼ਨਜ਼ ਹਨ। ਫੰਕਸ਼ਨ ਦੀ ਕੰਟੀਨਿਊਇਟੀ ਅਤੇ ਪਾਰਸ਼ਲ ਡੈਰੀਵੇਟਿਵਜ਼ ਦੀ ਮੌਜੂਦਗੀ ਜੇਕਰ ਇਹਨਾਂ ਕੰਡੀਸ਼ਨਜ਼ ਵਿੱਚੋਂ ਕਿਸੇ ਇੱਕ ਦੀ ਉਲੰਘਣਾ ਕੀਤੀ ਜਾਂਦੀ ਹੈ ਤਾਂ ਅਸੀਂ ਤੁਰੰਤ ਇਹ ਸਿੱਟਾ ਕੱਢ ਸਕਦੇ ਹਾਂ ਕਿ ਫੰਕਸ਼ਨ ਡਿਫਰੈਂਸ਼ੀਏਬਲ ਨਹੀਂ ਹੈ। ਪਰ ਜੇਕਰ ਫੰਕਸ਼ਨ ਕੰਟੀਨਿਊਅਸ ਹੈ ਅਤੇ ਪੁਆਇੰਟ x y ਤੇ ਪਾਰਸ਼ਲ ਡੈਰੀਵੇਟਿਵਜ਼ ਵੀ ਮੌਜੂਦ ਹਨ ਜਿੱਥੇ ਅਸੀਂ ਡਿਫਰੈਂਸ਼ੀਏਬਿਲਿਟੀ ਬਾਰੇ ਗੱਲ ਕਰ ਰਹੇ ਹਾਂ, ਉਸ ਕੇਸ ਵਿੱਚ ਸਾਨੂੰ ਅਗਲੇ ਟੈਸਟ ਲਈ ਜਾਣਾ ਪਏਗਾ ਕਿਉਂਕਿ ਇਹ ਜ਼ਰੂਰੀ ਕੰਡੀਸ਼ਨਜ਼ ਹਨ। ਇਹਨਾਂ ਦੋ ਕੰਡੀਸ਼ਨਜ਼ ਦੇ ਆਧਾਰ ਤੇ ਅਸੀਂ ਇਹ ਨਹੀਂ ਕਹਿ ਸਕਦੇ ਕਿ ਫੰਕਸ਼ਨ ਡਿਫਰੈਂਸ਼ੀਏਬਲ ਹੈ ਜਾਂ ਇਹ ਡਿਫਰੈਂਸ਼ੀਏਬਲ ਨਹੀਂ ਹੈ ਕਿਉਂਕਿ ਇਹ ਡਿਫਰੈਂਸ਼ੀਏਬਿਲਿਟੀ ਲਈ ਜ਼ਰੂਰੀ ਕੰਡੀਸ਼ਨਜ਼ ਹਨ। ਹੁਣ ਅਸੀਂ ਡਿਫਰੈਂਸ਼ੀਏਬਿਲਿਟੀ ਲਈ ਜ਼ਰੂਰੀ ਕੰਡੀਸ਼ਨਜ਼ ਵੱਲ ਜਾਵਾਂਗੇ ਅਤੇ ਇਸ ਕੇਸ ਵਿੱਚ ਜੇਕਰ z ਦੇ ਪਾਰਸ਼ਲ ਡੈਰੀਵੇਟਿਵਜ਼ ਵਿੱਚੋਂ ਕੋਈ ਵੀ ਇੱਕ ਐਗਜ਼ਿਸਟ ਕਰਦਾ ਹੈ ਅਤੇ ਦੂਜਾ ਕੰਟੀਨਿਊਅਸ ਹੈ ਇੱਕ ਪੁਆਇੰਟ x y ਤੇ ਤਾਂ ਫੰਕਸ਼ਨ x y ਤੇ ਡਿਫਰੈਂਸ਼ੀਏਬਲ ਹੈ। ਇਸ ਲਈ ਸਾਡੇ ਕੋਲ ਹੁਣ ਜ਼ਰੂਰੀ ਕੰਡੀਸ਼ਨਜ਼ ਲਈ ਕੀ ਹੈ ਕਿ ਜੇਕਰ ਇੱਕ ਪਾਰਸ਼ਲ ਡੈਰੀਵੇਟਿਵ ਮੌਜੂਦ ਹੈ ਅਤੇ ਇਹ ਵੈਸੇ ਵੀ ਡਿਫਰੈਂਸ਼ੀਏਬਿਲਿਟੀ ਲਈ ਜ਼ਰੂਰੀ ਕੰਡੀਸ਼ਨਜ਼ ਹਨ। ਇਸ ਲਈ ਡਿਫਰੈਂਸ਼ੀਏਬਿਲਿਟੀ ਬਾਰੇ ਚਰਚਾ ਕਰਨ ਲਈ ਸਾਡੇ ਕੋਲ ਦੋਨੋਂ ਪਾਰਸ਼ਲ ਡੈਰੀਵੇਟਿਵਜ਼ ਦੀ ਮੌਜੂਦਗੀ ਹੋਣੀ ਚਾਹੀਦੀ ਹੈ। ਇਹ ਹੁਣ ਸੁਭਾਵਿਕ ਹੈ ਕਿਉਂਕਿ ਇਹ ਜ਼ਰੂਰੀ ਕੰਡੀਸ਼ਨ ਹੈ ਕਿ ਦੋਵੇਂ ਪਾਰਸ਼ਲ ਡੈਰੀਵੇਟਿਵ ਮੌਜੂਦ ਹੋਣ। ਇਸ ਲਈ ਅਸਲ ਵਿੱਚ ਸਫੀਸ਼ੀਐਂਟ ਕੰਡੀਸ਼ਨ ਦੇ ਲਈ ਸਾਨੂੰ ਇਹ ਦੇਖਣਾ ਪਏਗਾ ਕਿ ਜੇਕਰ ਪਾਰਸ਼ਲ ਡੈਰੀਵੇਟਿਵਜ਼ ਵਿੱਚੋਂ ਕੋਈ ਇੱਕ ਕੰਟੀਨਿਊਅਸ ਹੈ ਤਾਂ ਫੰਕਸ਼ਨ x y ਤੇ ਡਿਫਰੈਂਸ਼ੀਏਬਲ ਹੈ। ਇਸ ਲਈ ਸਾਨੂੰ ਇੱਕ ਪਾਰਸ਼ਲ ਡੈਰੀਵੇਟਿਵ ਦੀ ਕੰਟੀਨਿਊਇਟੀ ਅਤੇ ਦੋਵਾਂ ਦੀ ਮੌਜੂਦਗੀ ਦੀ ਜ਼ਰੂਰਤ ਹੈ ਕਿਉਂਕਿ ਐਗਜ਼ਿਸਟੈਂਸ ਡਿਫਰੈਂਸ਼ੀਏਬਿਲਿਟੀ ਦੇ ਲਈ ਜ਼ਰੂਰੀ ਕੰਡੀਸ਼ਨ ਹੈ। ਇਸ ਲਈ ਅਸੀਂ ਮੰਨਦੇ ਹਾਂ ਕਿ f y ਐਗਜ਼ਿਸਟ ਕਰਦਾ ਹੈ ਅਤੇ f x ਕੰਟੀਨਿਊਅਸ ਹੈ। ਇਸ ਲਈ ਇਸ ਕੇਸ ਵਿੱਚ ਅਸੀਂ ਹੁਣ ਦੇਖਾਂਗੇ ਕਿ ਇਹ ਡੈਲਟਾ z ਕੀ ਹੈ। ਇਸ ਸੈੱਟ ਵਿੱਚ ਵੇਰੀਏਸ਼ਨ ਜਦੋਂ ਅਸੀਂ x ਬਾਈ ਡੈਲਟਾ x ਅਤੇ y ਬਾਈ ਡੈਲਟਾ y ਨਾਲ ਵੇਰੀ ਕਰਦੇ ਹਾਂ ਅਸੀਂ ਇਸ ਅੰਤਰ ਨੂੰ ਕੰਸੀਡਰ ਕਰਾਂਗੇ। ਹੁਣ ਅਸੀਂ ਵੇਖਾਂਗੇ ਕਿ ਕੀ ਅਸੀਂ ਇਸ ਅੰਤਰ ਨੂੰ ਉਸ ਲੀਨੀਅਰ ਫੰਕਸ਼ਨ ਦੇ ਰੂਪ ਵਿੱਚ ਦਰਸਾ ਸਕਦੇ ਹਾਂ ਪਲੱਸ a ਐਪਸੀਲੋਨ ਡੈਲਟਾ x ਪਲੱਸ ਐਪਸੀਲੋਨ 2 ਡੈਲਟਾ y। ਇਸ ਲਈ ਹੁਣ ਅੱਗੇ ਵਧਦੇ ਹੋਏ ਸਾਡੇ ਕੋਲ f(x) ਪਲੱਸ a ਟਰਮ ਹੈ ਅਤੇ ਫਿਰ ਅਸੀਂ ਇਸ f(x) y ਪਲੱਸ ਡੈਲਟਾ y ਨੂੰ ਸਬਟਰੈਕਟ ਕੀਤਾ ਹੈ ਅਤੇ ਅਸੀਂ ਇੱਥੇ ਵੀ ਉਹੀ ਜੋੜਿਆ ਹੈ f(x) y ਪਲੱਸ ਡੈਲਟਾ y ਮਾਈਨਸ f(x) y ਜੋ ਪਹਿਲਾਂ ਹੀ ਉੱਥੇ ਡਿਫਰੈਂਸ ਵਿੱਚ ਸੀ ਅਤੇ ਫਿਰ ਕਿਉਂਕਿ ਅਸੀਂ ਇੱਥੇ f(y) ਦੀ ਐਗਜ਼ਿਸਟੈਂਸ ਅਤੇ f(x) ਦੀ ਕੰਟੀਨਿਊਇਟੀ ਨੂੰ ਲਿਆ ਹੈ ਅਸੀਂ ਇਹ ਪ੍ਰੂਵ ਕਰਨ ਲਈ ਇਹਨਾਂ ਦੋ ਕੰਡੀਸ਼ਨਜ਼ ਦੀ ਵਰਤੋਂ ਕਰਾਂਗੇ ਕਿ ਫੰਕਸ਼ਨ ਡਿਫਰੈਂਸ਼ੀਏਬਲ ਹੈ। ਇਸ ਲਈ f(y) ਦੀ ਐਗਜ਼ਿਸਟੈਂਸ ਤੋਂ ਭਾਵ ਹੈ ਕਿ ਇਹ ਲਿਮਿਟ f(x) y ਪਲੱਸ ਹੈ। ਇਸ ਲਈ ਇੱਥੇ ਇਹ y ਦੇ ਸੰਬੰਧ ਵਿੱਚ ਇੱਕ ਪਾਰਸ਼ਲ ਡੈਰੀਵੇਟਿਵ ਹੈ। ਇਸ ਦਾ ਮਤਲਬ ਹੈ ਕਿ f(x) y ਪਲੱਸ ਡੈਲਟਾ y ਅਸੀਂ y ਵਿੱਚ ਇੰਕਰੀਮੈਂਟ ਕਰਾਂਗੇ ਅਤੇ ਉਸ ਪੁਆਇੰਟ ਤੇ ਫੰਕਸ਼ਨ ਵੈਲਿਊ ਮਾਈਨਸ ਕਰਾਂਗੇ ਅਤੇ ਇਸ ਇੰਕਰੀਮੈਂਟ ਡੈਲਟਾ y ਨਾਲ ਡਿਵਾਈਡ ਕਰਾਂਗੇ ਅਤੇ ਇਹ ਲਿਮਿਟ ਡੈਲਟਾ y ਲੈ ਕੇ ਇਹ ਐਗਜ਼ਿਸਟ ਕਰਦਾ ਹੈ। f(y) ਦੀ ਐਗਜ਼ਿਸਟੈਂਸ ਦਾ ਅਰਥ ਹੈ ਕਿ ਇਹ ਪਾਰਸ਼ਲ ਡੈਰੀਵੇਟਿਵ ਮੌਜੂਦ ਹੈ। ਇਸ ਲਈ ਇਹ f(y) ਦੇ ਬਰਾਬਰ ਹੈ ਅਤੇ ਹੁਣ ਅਸੀਂ ਉਸ ਆਈਡੀਆ ਦੀ ਵਰਤੋਂ ਕਰ ਸਕਦੇ ਹਾਂ ਜਿਸ ਦੀ ਵਰਤੋਂ ਅਸੀਂ ਪਿਛਲੇ ਲੈਕਚਰ ਵਿੱਚ ਕੀਤੀ ਸੀ ਕਿ ਇੱਕ ਵਾਰ ਜਦੋਂ ਲਿਮਿਟ ਦਿੱਤੀ ਜਾਂਦੀ ਹੈ ਤਾਂ ਅਸੀਂ ਪਰਿਭਾਸ਼ਿਤ ਕਰ ਸਕਦੇ ਹਾਂ ਜਾਂ ਅਸੀਂ ਕੁਝ ਐਪਸੀਲੋਨ ਪੇਸ਼ ਕਰ ਸਕਦੇ ਹਾਂ ਜਿਸ ਦਾ ਅਰਥ ਹੈ ਕਿ f ਇਹ x ਅਤੇ y ਪਲੱਸ a ਡੈਲਟਾ y ਅਤੇ ਮਾਈਨਸ f(x) y ਓਵਰ ਡੈਲਟਾ y ਇਸ ਦੇ ਬਰਾਬਰ ਜਾਂ ਇੱਥੇ ਮਾਈਨਸ ਸਾਈਨ ਦੇ ਨਾਲ ਇਸ f(x) y ਨੂੰ ਮਾਈਨਸ ਕਰਕੇ ਅਸੀਂ ਐਪਸੀਲੋਨ ਦੇ ਤੌਰ ਤੇ ਸੈੱਟ ਕਰ ਸਕਦੇ ਹਾਂ।
ਇਸ ਕੇਸ ਵਿੱਚ ਅਸੀਂ ਇਹ ਐਪਸੀਲੋਨ 2 ਲਵਾਂਗੇ ਅਤੇ ਫਿਰ ਬਾਅਦ ਵਿੱਚ ਅਸੀਂ ਐਪਸੀਲੋਨ 1 ਨੂੰ ਵੀ ਲਿਖਾਂਗੇ। ਜੇ ਅਸੀਂ ਇਸ ਅੰਤਰ ਨੂੰ ਐਪਸੀਲੋਨ 2 ਤੇ ਸੈੱਟ ਕਰਦੇ ਹਾਂ ਤਾਂ ਅਸੀਂ ਜਾਣਦੇ ਹਾਂ ਕਿ ਜਦੋਂ ਅਸੀਂ ਲਿਮਿਟ ਨੂੰ ਡੈਲਟਾ x ਦੇ ਤੌਰ ਤੇ ਲੈਂਦੇ ਹਾਂ ਜਾਂ ਇਸ ਕੇਸ ਵਿੱਚ ਕੇਵਲ ਇਹ ਡੈਲਟਾ y goes to 0, ਤਾਂ ਇਸ ਐਪਸੀਲੋਨ 2 ਨੂੰ 0 ਤੇ ਜਾਣਾ ਚਾਹੀਦਾ ਹੈ, ਕਿਉਂਕਿ ਜਦੋਂ ਡੈਲਟਾ fy goes to 0 ਹੈ ਤਾਂ ਇਹ ਹੋਰ ਕੁਝ ਨਹੀਂ ਪਰ xy ਤੇ fy ਹੁੰਦਾ ਹੈ। ਇਸ ਲਈ ਅਸੀਂ ਹੁਣ ਇਸ ਬਾਰੇ ਦੱਸਾਂਗੇ ਅਤੇ ਫਿਰ ਅਸੀਂ ਇਸ ਪੂਰੇ ਐਕਸਪ੍ਰੈਸ਼ਨ ਨੂੰ ਡੈਲਟਾ y ਨਾਲ ਗੁਣਾ ਕਰਾਂਗੇ, ਅਤੇ ਸਾਨੂੰ ਮਿਲੇਗਾ ਕਿ ਇਹ ਅੰਤਰ fy ਡੈਲਟਾ y ਪਲਸ ਐਪਸੀਲੋਨ 2 ਡੈਲਟਾ y ਦੇ ਬਰਾਬਰ ਹੈ। ਇਸ ਲਈ ਇਸ ਨੂੰ ਪ੍ਰਾਪਤ ਕਰਨ ਨਾਲ ਸਾਨੂੰ ਇਹ fxy ਪਲਸ ਡੈਲਟਾ y ਮਾਈਨਸ ਇਹ fxy ਬਰਾਬਰ ਹੈ ਇਹ ਡੈਲਟਾ y ਰਾਈਟ ਸਾਈਡ ਤੇ ਗੁਣਾ ਕੀਤਾ ਜਾਵੇਗਾ। ਇਸ ਲਈ ਸਾਡੇ ਕੋਲ fy xy ਅਤੇ ਪਲਸ ਇਹ ਐਪਸੀਲੋਨ 2 ਜਿਸ ਨੂੰ ਅਸੀਂ ਇੱਥੇ ਲਿਆ ਹੈ, ਅਤੇ ਇਹ ਡੈਲਟਾ y ਹੈ। ਅਤੇ ਨੋਟ ਕਰੋ ਕਿ ਇਹ ਐਪਸੀਲੋਨ 2 ਜੋ ਹੁਣ ਇੱਥੇ ਆਇਆ ਹੈ ਲਾਜ਼ਮੀ ਤੌਰ ਤੇ 0 ਤੇ ਜਾਣਾ ਚਾਹੀਦਾ ਹੈ ਜਦੋਂ ਡੈਲਟਾ y goes to 0 ਹੈ। ਇਹ ਕੰਡੀਸ਼ਨ ਹੈ ਇਸ ਲਿਮਿਟ ਦੇ ਕਾਰਨ ਅਸੀਂ ਦੇਖਿਆ ਹੈ। ਅੱਗੇ ਹੁਣ ਅਸੀਂ ਲੈਗਰੇਂਜ ਮੀਨ ਵੈਲਿਊ ਥਿਓਰਮ ਦੀ ਵਰਤੋਂ ਕਰਾਂਗੇ। ਇਸ ਲਈ ਸਿਰਫ ਇਹ ਯਾਦ ਕਰਨ ਲਈ ਕਿ ਲੈਗਰੇਂਜ ਮੀਨ ਵੈਲਿਊ ਥਿਓਰਮ ਕੀ ਸੀ, ਸਾਡੇ ਕੋਲ ਫੰਕਸ਼ਨ ਹੈ ਜੋ ਕਿ ਓਪਨ ਇੰਟਰਵਲ a b ਵਿੱਚ ਕੰਟੀਨਿਊਅਸ ਅਤੇ ਡਿਫਰੈਂਸ਼ੀਏਬਲ ਹੁੰਦਾ ਹੈ। ਇੱਥੇ f(b-f)a ਉੱਤੇ b-a ਬਰਾਬਰ ਹੈ। ਇਹ ਕੋਸ਼ੰਟ ਇੰਟਰਵਲ a b ਵਿੱਚ ਕਿਸੇ ਪੁਆਇੰਟ ਤੇ ਡੈਰੀਵੇਟਿਵ ਦੇ ਬਰਾਬਰ ਹੋਵੇਗਾ, ਜੋ ਕਿ ਲੈਗਰੇਂਜ ਮੀਨ ਵੈਲਿਊ ਥਿਓਰਮ ਸੀ ਜਿਸ ਬਾਰੇ ਅਸੀਂ ਪਹਿਲਾਂ ਪੜ੍ਹਿਆ ਹੈ। ਅਤੇ ਹੁਣ ਇੱਥੇ ਇਸ ਅੰਤਰ ਦੇ ਲਈ ਲੈਗਰੇਂਜ ਮੀਨ ਵੈਲਿਊ ਥਿਓਰਮ ਦੀ ਵਰਤੋਂ ਕਰ ਰਹੇ ਹਾਂ। ਧਿਆਨ ਦਿਓ ਕਿ ਇੱਥੇ fx ਪਲਸ ਡੈਲਟਾ x ਅਤੇ fxy ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਅਸੀਂ y ਨਹੀਂ ਬਦਲ ਰਹੇ ਹਾਂ। y ਪਲਸ ਡੈਲਟਾ y ਇੱਥੇ ਵੀ y ਪਲਸ ਡੈਲਟਾ y। ਇਹ ਕੇਵਲ x ਦੇ ਸੰਬੰਧ ਵਿੱਚ ਹੈ, ਸਿਰਫ x ਵਿੱਚ ਤਬਦੀਲੀ ਹੈ। ਅਤੇ ਜੇ ਅਸੀਂ ਇਸ ਨੂੰ ਡਿਵਾਈਡ ਕਰਦੇ ਹਾਂ ਤਾਂ ਇਹ fb-a ਇੱਥੇ ਇਹ x ਹੈ ਅਤੇ ਇਹ bx ਪਲਸ ਡੈਲਟਾ x ਹੈ ਅਤੇ ਡਿਫਰੈਂਸ ਨਾਲ ਡਿਵਾਈਡ ਕੀਤਾ ਹੈ, ਜੋ ਹੈ b-a। ਇਸ ਕੇਸ ਵਿੱਚ ਇਹ ਡੈਲਟਾ x ਹੋਵੇਗਾ ਪਰ ਅਸੀਂ ਰਾਈਟ ਸਾਈਡ ਵੱਲ ਗੁਣਾ ਕਰਾਂਗੇ ਤਾਂ ਡੈਲਟਾ x ਹੋਵੇਗਾ, ਅਤੇ ਡੈਰੀਵੇਟਿਵ ਲਾਜ਼ਮੀ x ਦੇ ਸੰਬੰਧ ਵਿੱਚ ਹੈ ਕਿਉਂਕਿ ਅਸੀਂ x ਦੇ ਸੰਬੰਧ ਵਿੱਚ ਗੱਲ ਕਰ ਰਹੇ ਹਾਂ, y ਵਿੱਚ ਬਦਲਾਅ ਨਹੀਂ ਹੈ। ਇਸ ਲਈ fx ਪਾਰਸ਼ਲ ਡੈਰੀਵੇਟਿਵ ਅਤੇ ਜਿਸ ਪੁਆਇੰਟ ਤੇ xy b ਅਤੇ a ਦੇ ਵਿਚਕਾਰ ਸੀ, ਇੱਥੇ ਵੀ a ਆਰਗੂਮੈਂਟ ਇਸ x ਅਤੇ x ਪਲਸ ਡੈਲਟਾ x ਦੇ ਵਿੱਚ ਵੱਖ ਹੋਵੇਗਾ। ਇਸ ਲਈ ਅਸੀਂ ਇਹ θ1 ਲਿਖਿਆ ਹੈ ਤਾਂ ਜੋ ਇਹ ਬਿਲਕੁਲ x ਅਤੇ x ਪਲਸ ਡੈਲਟਾ x ਦੇ ਵਿਚਕਾਰ ਹੋਵੇ ਜਦੋਂ θ 0 ਅਤੇ 1 ਦੇ ਵਿਚਕਾਰ ਹੁੰਦਾ ਹੈ। ਇੱਥੇ ਇਹ θ1 0 ਅਤੇ 1 ਦੇ ਵਿਚਕਾਰ ਹੁੰਦਾ ਹੈ ਅਤੇ 1 ਜਦੋਂ ਇਹ 0 ਦੇ ਨੇੜੇ ਹੁੰਦਾ ਹੈ ਤਾਂ ਇਹ ਆਰਗੂਮੈਂਟ x ਦੇ ਨੇੜੇ ਹੁੰਦਾ ਹੈ, ਅਤੇ ਜਦੋਂ ਇਹ 1 ਦੇ ਨੇੜੇ ਹੁੰਦਾ ਹੈ ਤਾਂ ਇਹ ਹੋਵੇਗਾ x ਪਲਸ ਡੈਲਟਾ x। ਇਸ ਲਈ ਬਿਲਕੁਲ ਉਹੀ ਜੋ xy ਇੱਥੇ ਓਪਨ ਇੰਟਰਵਲ a b ਵਿੱਚ ਕਰ ਰਿਹਾ ਸੀ, ਸਾਡੇ ਕੋਲ ਇਹ ਆਰਗੂਮੈਂਟ ਹੈ x ਪਲਸ θ1 ਡੈਲਟਾ x ਇਸ θ1 0 ਦੇ ਲਈ। ਅਤੇ ਇੱਕ ਕੇਸ ਲਈ ਹੁਣ ਸਾਡੇ ਕੋਲ ਇਹ ਲੈਗਰੇਂਜ ਮੀਨ ਵੈਲਿਊ ਥਿਓਰਮ ਹੈ। ਅਤੇ ਹੁਣ fx ਦੀ ਕੰਟੀਨਿਊਇਟੀ, ਕਿਉਂਕਿ ਅਸੀਂ fx ਦੀ ਕੰਟੀਨਿਊਇਟੀ ਅਤੇ fy ਦੀ ਐਗਜ਼ਿਸਟੈਂਸ ਨੂੰ ਮੰਨਿਆ ਹੈ। ਇਸ ਲਈ ਪਾਰਸ਼ਲ ਡੈਰੀਵੇਟਿਵ fx ਦੀ ਇਹ ਕੰਟੀਨਿਊਇਟੀ ਅਸੀਂ ਇੱਥੇ ਲਾਗੂ ਕਰਾਂਗੇ ਜੇਕਰ fx ਕੰਟੀਨਿਊਅਸ ਹੈ ਅਤੇ ਅਸੀਂ ਲਿਮਿਟ ਲੈਂਦੇ ਹਾਂ ਡੈਲਟਾ x goes to 0 ਅਤੇ ਇਹ ਡੈਲਟਾ y goes to 0। ਫਿਰ ਇਹ fx x ਪਲਸ θ1 ਡੈਲਟਾ xy ਪਲਸ ਡੈਲਟਾ y ਪੁਆਇੰਟ xy ਉੱਤੇ fx ਤੇ ਜਾਏਗਾ, ਜਿਸ ਦੀ ਅਸੀਂ ਹੁਣ ਵਰਤੋਂ ਕੀਤੀ ਹੈ। ਇਸ ਲਈ fx ਦੀ ਕੰਟੀਨਿਊਇਟੀ ਸਾਨੂੰ ਇਹ ਦੇਵੇਗੀ ਕਿ x ਦੇ ਸੰਬੰਧ ਵਿੱਚ ਇਹ ਡੈਰੀਵੇਟਿਵ xy ਪੁਆਇੰਟ ਤੇ fx ਹੋਵੇਗਾ। ਅਤੇ ਫਿਰ ਦੁਬਾਰਾ ਫਿਰ ਅਸੀਂ ਇੱਕ ਹੋਰ ਐਪਸੀਲੋਨ ਬਾਰੇ ਦੱਸਾਂਗੇ ਜਿਵੇਂ ਅਸੀਂ ਪਹਿਲਾਂ ਕੀਤਾ ਹੈ, ਜੋ fx ਅਤੇ ਇਹ x ਪਲਸ θ1 ਡੈਲਟਾ xy ਪਲਸ ਡੈਲਟਾ y xy ਤੇ fx ਦੇ ਬਰਾਬਰ ਹੈ ਪਲਸ ਇਹ ਐਪਸੀਲੋਨ, ਅਤੇ ਇਸ ਐਪਸੀਲੋਨ ਦੀ ਇਹ ਪ੍ਰਾਪਰਟੀ ਹੋਵੇਗੀ ਕਿ ਇਹ ਡੈਲਟਾ x ਦੇ ਰੂਪ ਵਿੱਚ 0 ਤੇ ਜਾਏਗਾ ਅਤੇ ਡੈਲਟਾ y goes to 0। ਹੁਣ ਇਸ ਵਿੱਚੋਂ ਸਾਨੂੰ ਹੁਣ ਇਹ ਰਿਲੇਸ਼ਨ ਮਿਲਦਾ ਹੈ ਕਿ fx ਪਲਸ ਡੈਲਟਾ x ਅਤੇ y ਪਲਸ ਡੈਲਟਾ y ਮਾਈਨਸ fxy ਪਲਸ ਡੈਲਟਾ y ਬਰਾਬਰ ਹੈ
ਡੈਲਟਾ x ਨੂੰ ਗੁਣਾ ਕੀਤਾ ਜਾਂਦਾ ਹੈ ਅਤੇ f(x) xy ਪਲਸ ਐਪਸੀਲੋਨ 1 ਡੈਲਟਾ x ਅਤੇ ਹੁਣ ਅਸੀਂ ਇੱਥੇ ਹਾਂ ਹੁਣ f(x) ਪਲਸ ਡੈਲਟਾ x ਅਤੇ y ਪਲਸ ਡੈਲਟਾ y ਮਾਈਨਸ f(x, y) ਬਰਾਬਰ ਹੈ ਅਸੀਂ ਲਿਖ ਸਕਦੇ ਹਾਂ ਡੈਲਟਾ x ਟਾਈਮਜ਼ f(x) ਐਟ x y ਪਲਸ ਐਪਸੀਲੋਨ ਟਾਈਮਜ਼ ਡੈਲਟਾ x ਦੇ ਨਹੀਂ ਠੀਕ ਅਤੇ ਹੁਣ ਸਾਡੇ ਕੋਲ ਇਹ ਦੋ ਰਿਲੇਸ਼ਨ ਹਨ ਅਸੀਂ ਇਹ ਪ੍ਰੂਵ ਕਰ ਦਿੱਤਾ ਹੈ ਕਿ ਇਹ ਡਿਫਰੈਂਸ ਜਦੋਂ ਸਾਡੇ ਕੋਲ ਇੱਥੇ ਵੇਰੀਏਸ਼ਨ ਡੈਲਟਾ x ਹੈ ਅਤੇ y ਵਿੱਚ ਕੋਈ ਬਦਲਾਅ ਨਹੀਂ ਹੈ y ਪਲਸ ਡੈਲਟਾ y ਇਸ ਕੰਟੀਨਿਊਇਟੀ ਦੇ ਕਾਰਨ ਸਾਨੂੰ ਇਹ ਰਿਲੇਸ਼ਨ ਮਿਲਿਆ ਸੀ ਅਤੇ fy ਦੀ ਐਗਜ਼ਿਸਟੈਂਸ ਦੇ ਕਾਰਨ ਸਾਨੂੰ ਇਹ ਰਿਲੇਸ਼ਨ ਮਿਲਿਆ ਹੈ ਅਤੇ ਇਹਨਾਂ ਦੋਵਾਂ ਦੇ ਹੋਣ ਕਰਕੇ ਡੈਲਟਾ z ਨੂੰ ਯਾਦ ਰੱਖੋ ਜੋ ਅਸੀਂ ਇੱਥੇ ਇਸ ਡਿਫਰੈਂਸ ਨੂੰ ਘਟਾ ਕੇ ਅਤੇ ਜੋੜ ਕੇ ਲਿਖਿਆ ਸੀ ਅਤੇ ਹੁਣ ਅਸੀਂ ਇਸ f(x) ਪਲਸ ਡੈਲਟਾ xy ਪਲਸ ਡੈਲਟਾ y ਮਾਈਨਸ ਨੂੰ ਇਸ ਐਕਸਪ੍ਰੈਸ਼ਨ ਦੁਆਰਾ ਅਤੇ ਇਸ f(x, y) ਪਲਸ ਡੈਲਟਾ y ਨੂੰ ਇਸ ਐਕਸਪ੍ਰੈਸ਼ਨ ਦੁਆਰਾ ਰਿਪਲੇਸ ਕਰਾਂਗੇ ਹੁਣ ਅਸੀਂ ਇਹਨਾਂ ਨੂੰ ਡੈਲਟਾ x f(x) ਡੈਲਟਾ y fy ਪਲਸ ਐਪਸੀਲੋਨ ਡੈਲਟਾ x ਪਲਸ ਐਪਸੀਲੋਨ 2 ਡੈਲਟਾ y ਅਤੇ ਐਪਸੀਲੋਨ 2 goes to 0 ਜਿਵੇਂ ਕਿ ਡੈਲਟਾ x ਡੈਲਟਾ y goes to 0 ਇਸ ਦਾ ਅਰਥ ਹੈ ਕਿ fy ਦੀ ਐਗਜ਼ਿਸਟੈਂਸ ਅਤੇ f(x) ਦੀ ਕੰਟੀਨਿਊਇਟੀ ਇਹ ਦੋ ਕੰਡੀਸ਼ਨਜ਼ ਅਸੀਂ ਪ੍ਰੂਵ ਕੀਤਾ ਹੈ ਕਿ ਫੰਕਸ਼ਨ ਡਿਫਰੈਂਸ਼ੀਏਬਲ ਹੈ ਕਿਉਂਕਿ ਇਹ ਡਿਫਰੈਂਸ਼ੀਏਬਿਲਿਟੀ ਦੀ ਪਰਿਭਾਸ਼ਾ ਹੈ ਇਸੇ ਤਰ੍ਹਾਂ ਅਸੀਂ ਇਸ ਐਕਸਪ੍ਰੈਸ਼ਨ ਤੇ ਪਹੁੰਚਣ ਲਈ ਵਰਤਿਆ ਹੈ ਅਸੀਂ ਇਸ ਤੱਥ ਦੀ ਵਰਤੋਂ ਕੀਤੀ ਹੈ ਕਿ ਸਾਡੇ ਕੋਲ y ਦੇ ਸੰਬੰਧ ਵਿੱਚ ਫੰਕਸ਼ਨ ਡੈਰੀਵੇਟਿਵ ਐਗਜ਼ਿਸਟ ਕਰਦਾ ਹੈ ਅਤੇ x ਦੇ ਸੰਬੰਧ ਵਿੱਚ ਫੰਕਸ਼ਨ ਡੈਰੀਵੇਟਿਵ ਕੰਟੀਨਿਊਅਸ ਹੈ ਕੇਵਲ ਇੱਕ ਰਿਮਾਰਕ ਹੈ ਕਿ ਫੰਕਸ਼ਨ ਇੱਕ ਪੁਆਇੰਟ ਤੇ ਡਿਫਰੈਂਸ਼ੀਏਬਲ ਨਹੀਂ ਹੋ ਸਕਦਾ ਭਾਵੇਂ ਪਾਰਸ਼ਲ ਡੈਰੀਵੇਟਿਵਜ਼ f(x) ਅਤੇ fy p ਤੇ ਮੌਜੂਦ ਹੋਣ ਅਜਿਹਾ ਕਿਉਂ ਕਿਉਂਕਿ ਪੁਆਇੰਟ p ਤੇ ਪਾਰਸ਼ਲ ਡੈਰੀਵੇਟਿਵਜ਼ ਦੀ ਐਗਜ਼ਿਸਟੈਂਸ ਜ਼ਰੂਰੀ ਕੰਡੀਸ਼ਨ ਹੈ ਇਹ ਡਿਫਰੈਂਸ਼ੀਏਬਿਲਿਟੀ ਦੇ ਲਈ ਕਾਫੀ ਨਹੀਂ ਹੈ ਜੋ ਇੱਥੇ ਲਿਖਿਆ ਗਿਆ ਹੈ ਪਾਰਸ਼ਲ ਡੈਰੀਵੇਟਿਵਜ਼ ਦੀ ਐਗਜ਼ਿਸਟੈਂਸ ਜ਼ਰੂਰੀ ਕੰਡੀਸ਼ਨ ਹੈ ਇਸ ਲਈ ਉਹ ਡਿਫਰੈਂਸ਼ੀਏਬਿਲਿਟੀ ਦੀ ਗਾਰੰਟੀ ਨਹੀਂ ਦੇ ਸਕਦੇ ਦੂਜੇ ਪਾਸੇ ਇੱਕ ਫੰਕਸ਼ਨ ਡਿਫਰੈਂਸ਼ੀਏਬਲ ਹੋ ਸਕਦਾ ਹੈ ਜੇ f(x) ਅਤੇ fy ਕੰਟੀਨਿਊਅਸ ਨਹੀਂ ਹੁੰਦੇ ਕਿਉਂਕਿ ਜੋ ਅਸੀਂ ਵੇਖਿਆ ਹੈ ਕਿ f(x) ਜਾਂ fy ਜਾਂ ਦੋਵਾਂ ਦੀ ਕੰਟੀਨਿਊਇਟੀ ਜੋ ਕਿ ਸਫੀਸ਼ੀਐਂਟ ਕੰਡੀਸ਼ਨ ਹੈ ਨਾ ਕਿ ਜ਼ਰੂਰੀ ਕੰਡੀਸ਼ਨ ਫੰਕਸ਼ਨ ਡਿਫਰੈਂਸ਼ੀਏਬਲ ਹੋ ਸਕਦਾ ਹੈ ਜੇਕਰ ਜੇ f(x) ਜਾਂ fy ਜਾਂ f(x) ਅਤੇ fy ਕੰਟੀਨਿਊਅਸ ਨਹੀਂ ਹਨ ਕਿਉਂਕਿ ਪਾਰਸ਼ਲ ਡੈਰੀਵੇਟਿਵਜ਼ ਦੀ ਇਹ ਐਗਜ਼ਿਸਟੈਂਸ ਅਤੇ ਦੂਜੇ ਦੀ ਕੰਟੀਨਿਊਇਟੀ ਇੱਕ ਪਾਰਸ਼ਲ ਡੈਰੀਵੇਟਿਵ ਦੀ ਐਗਜ਼ਿਸਟੈਂਸ ਅਤੇ ਦੂਜੇ ਦੀ ਕੰਟੀਨਿਊਇਟੀ ਇਹ ਦੋਵੇਂ ਸਫੀਸ਼ੀਐਂਟ ਕੰਡੀਸ਼ਨਜ਼ ਹਨ ਆਓ ਜਲਦੀ ਨਾਲ ਸਮੱਸਿਆਵਾਂ ਤੇ ਵਿਚਾਰ ਕਰੀਏ ਇੱਥੇ ਕੁੱਲ ਡਿਫਰੈਂਸ਼ੀਅਲ ਅਤੇ ਫੰਕਸ਼ਨ z ਦਾ ਕੁੱਲ ਇੰਕਰੀਮੈਂਟ ਪਤਾ ਕਰੋ ਜੋ ਪੁਆਇੰਟ 2 3 ਤੇ xy ਦੇ ਬਰਾਬਰ ਹੈ ਡੈਲਟਾ x ਲਈ ਬਰਾਬਰ ਹੈ 0.1 ਹੈ ਅਤੇ ਡੈਲਟਾ y ਬਰਾਬਰ ਹੈ 0.2 ਦੇ ਇਸ ਲਈ ਕੁੱਲ ਇੰਕਰੀਮੈਂਟ ਨੂੰ f(x) ਪਲਸ ਡੈਲਟਾ xy ਪਲਸ ਡੈਲਟਾ y ਮਾਈਨਸ f(x, y) ਦੇ ਰੂਪ ਵਿੱਚ ਪਰਿਭਾਸ਼ਿਤ ਕੀਤਾ ਗਿਆ ਹੈ ਇਸ ਦੇ ਬਰਾਬਰ ਹੈ ਇਸ ਲਈ ਇਹ x ਪਲਸ ਡੈਲਟਾ x ਅਤੇ y ਪਲਸ ਡੈਲਟਾ y ਹੈ ਅਸੀਂ ਹੁਣ ਇਸ z ਦੀ ਵਰਤੋਂ ਕਰ ਸਕਦੇ ਹਾਂ ਹੁਣ z x y ਦੇ ਬਰਾਬਰ ਹੈ ਇਸ ਲਈ ਇਹ ਸਾਡਾ ਫੰਕਸ਼ਨ f(x, y) ਇਕੁਅਲ ਟੂ x y ਇਸ ਕੇਸ ਵਿੱਚ ਸਾਡੇ ਕੋਲ ਇੱਥੇ ਇਸ x ਪਲਸ ਡੈਲਟਾ x y ਪਲਸ y ਮਾਈਨਸ ਇਹ ਪ੍ਰੋਡਕਟ ਹੈ x y ਅਤੇ ਫਿਰ ਅਸੀਂ ਇਸ x y ਨੂੰ ਖੋਲ ਸਕਦੇ ਹਾਂ ਅਤੇ ਫਿਰ x ਡੈਲਟਾ y ਡੈਲਟਾ x y ਡੈਲਟਾ x ਡੈਲਟਾ y ਇਸ ਲਈ x y ਕੈਂਸਲ ਹੋ ਜਾਵੇਗਾ ਅਤੇ ਸਾਡੇ ਕੋਲ ਇਹ ਐਕਸਪ੍ਰੈਸ਼ਨ ਹੋਵੇਗਾ ਅਤੇ ਫਿਰ ਅਸੀਂ ਇਸ ਡੈਲਟਾ z ਨੂੰ ਇਸ ਪੁਆਇੰਟ 2 3 ਤੇ ਕੰਪਿਊਟ ਕਰ ਸਕਦੇ ਹਾਂ ਅਤੇ ਡੈਲਟਾ x ਨੂੰ ਪੁਆਇੰਟ 1 ਡੈਲਟਾ ਦਿੱਤਾ ਗਿਆ ਹੈ y ਨੂੰ ਪੁਆਇੰਟ 2 ਦਿੱਤਾ ਗਿਆ ਅਤੇ ਇਹ ਪੁਆਇੰਟ 7 2 ਆਵੇਗਾ ਹੁਣ ਡਿਫਰੈਂਸ਼ੀਅਲ ਤੇ ਆ ਰਹੇ ਹਾਂ ਜੋ ਕਿ dz ਬਰਾਬਰ ਹੈ ਡੈਲ z ਓਵਰ ਡੈਲ x dx ਪਲਸ ਡੈਲ z ਓਵਰ ਡੈਲ y dy ਹੈ ਅਤੇ ਇਸ ਕੇਸ ਵਿੱਚ ਡੈਲ z ਓਵਰ ਡੈਲ x y ਹੈ ਅਤੇ ਡੈਲ z ਓਵਰ ਡੈਲ y x ਹੈ ਇਸ ਲਈ ਸਾਡੇ ਕੋਲ ਇਹ ਐਕਸਪ੍ਰੈਸ਼ਨ ਹੈ ਇਸ 2-3 ਪੁਆਇੰਟ ਤੇ ਡੈਲਟਾ x ਪੁਆਇੰਟ 1 ਡੈਲਟਾ y ਪੁਆਇੰਟ 2 ਨਾਲ ਗਿਣਿਆ ਜਾਣਾ ਹੈ ਇਸ ਲਈ ਜਾਣੋ ਕਿ dx dy ਡੈਲਟਾ x ਅਤੇ ਡੈਲਟਾ y ਤੋਂ ਇਲਾਵਾ ਕੁਝ ਵੀ ਨਹੀਂ ਹੈ ਕਿਉਂਕਿ ਇਹ ਇੰਡੀਪੈਂਡੈਂਟ ਵੇਰੀਏਬਲਸ ਹਨ ਇੰਡੀਪੈਂਡੈਂਟ ਵੇਰੀਏਬਲਸ ਦੇ ਲਈ ਇਹ ਨੋਟੇਸ਼ਨਸ ਉਹੀ ਹਨ dx ਡੈਲਟਾ x ਦੇ ਬਰਾਬਰ ਹੈ dy ਡੈਲਟਾ y ਦੇ ਬਰਾਬਰ ਹੈ
ਪਰ ਡਿਪੈਂਡੈਂਟ ਦੇ ਲਈ ਇੱਥੇ ਇੱਕ ਅੰਤਰ ਹੈ ਜਿਸ ਨੂੰ ਅਸੀਂ ਹੁਣ ਇੱਥੇ ਦੇਖਣ ਜਾ ਰਹੇ ਹਾਂ। ਅਤੇ ਇਹ dz ਦਾ ਡਿਫਰੈਂਸ਼ੀਅਲ ਹੁਣ ਇਸ ਪੁਆਇੰਟ ਤੇ 0.7 ਹੋਵੇਗਾ। ਇਸ ਲਈ ਡੈਲਟਾ z ਅਤੇ dz ਤੇ ਇੱਕ ਅੰਤਰ ਹੁੰਦਾ ਹੈ, ਪਰ ਜਦੋਂ ਇਹ ਡੈਲਟਾ x ਅਤੇ ਡੈਲਟਾ y ਛੋਟੀਆਂ ਸੰਖਿਆਵਾਂ ਹੁੰਦੀਆਂ ਹਨ, ਤਾਂ ਉਹ ਇੱਥੇ ਇੱਕ ਦੂਜੇ ਦੇ ਲਈ ਇੱਕ ਸਹੀ ਅਪਰੋਕਸੀਮੇਸ਼ਨ ਹੋਣਗੇ ਜਾਂ dz ਇਸ ਡੈਲਟਾ z ਟਰਮ ਨੂੰ ਚੰਗੀ ਤਰ੍ਹਾਂ ਅਨੁਮਾਨਿਤ ਕਰੇਗਾ। ਇੱਕ ਹੋਰ ਪ੍ਰੋਬਲਮ ਜੋ ਅਸੀਂ ਹੁਣ ਦਿਖਾਵਾਂਗੇ ਕਿ ਇਹ ਡਿਫਰੈਂਸ਼ੀਏਬਲ ਹੈ ਅਤੇ ਇਸ ਦਾ ਕੁੱਲ ਡਿਫਰੈਂਸ਼ੀਅਲ ਲਿਖੋ। ਇਸ ਲਈ ਡਿਫਰੈਂਸ਼ੀਏਬਿਲਿਟੀ ਨੂੰ ਦਰਸਾਉਣ ਲਈ ਅਸੀਂ ਡੈਲਟਾ z ਨੂੰ ਇਸ a b ਅਤੇ ਐਪਸੀਲੋਨ 2 ਦੇ ਰੂਪ ਵਿੱਚ ਦਰਸਾਉਣ ਦੀ ਇਸ ਬੁਨਿਆਦੀ ਪਰਿਭਾਸ਼ਾ ਦੀ ਵਰਤੋਂ ਕਰਾਂਗੇ। ਇਸ ਲਈ ਇਹ ਡੈਲਟਾ z ਇੱਥੇ ਅੰਤਰ ਤੋਂ ਇਲਾਵਾ ਕੁਝ ਨਹੀਂ ਹੈ। ਅਤੇ ਫਿਰ ਅਸੀਂ ਇਸ ਨੂੰ ਕੰਪਿਊਟ ਕਰ ਸਕਦੇ ਹਾਂ ਕਿਉਂਕਿ ਇਹ ਸਾਡਾ f(x, y) ਹੈ। ਇਸ ਲਈ ਇੱਥੇ ਅਸੀਂ ਇਸ x ਪਲਸ ਡੈਲਟਾ x ਅਤੇ y ਪਲਸ ਡੈਲਟਾ y ਨੂੰ ਬਦਲ ਦਿੱਤਾ ਹੈ। ਅਤੇ ਇਹ f(x, y) ਹੈ ਜਿਸ ਨੂੰ x ਸਕੁਏਅਰ ਮਾਈਨਸ xy ਅਤੇ ਮਾਈਨਸ xy ਸਕੁਏਅਰ ਦਿੱਤਾ ਗਿਆ ਹੈ। ਅਸੀਂ ਹੁਣ ਇੱਥੇ ਸਕੁਏਅਰ ਨੂੰ ਖੋਲ ਸਕਦੇ ਹਾਂ, ਇਸ ਲਈ x ਸਕੁਏਅਰ ਟਰਮ ਉੱਥੇ 2 ਟਾਈਮਜ਼ x ਡੈਲਟਾ x ਟਰਮ ਹੋਵੇਗੀ, ਉੱਥੇ ਡੈਲਟਾ x ਸਕੁਏਅਰ ਇੱਕ ਟਰਮ ਵੀ ਹੋਵੇਗੀ, ਇੱਥੇ ਇੱਕ ਟਰਮ xy ਵੀ ਹੋਵੇਗੀ, ਇੱਥੇ xy ਸਕੁਏਅਰ ਵੀ ਹੋਵੇਗੀ, ਇਸ ਲਈ ਇਹ ਟਰਮਜ਼ ਕੈਂਸਲ ਹੋ ਜਾਣਗੀਆਂ। ਅਤੇ ਦੂਸਰਾ ਅਸੀਂ ਇਕੱਠਾ ਕਲੈਕਟ ਕਰਾਂਗੇ। ਇਸ ਲਈ ਸਾਡੇ ਕੋਲ ਕਈ ਟਰਮਜ਼ ਹੋਣਗੀਆਂ ਇਹ x ਪਲਸ ਡੈਲਟਾ x ਸਕੁਏਅਰ ਅਤੇ ਫਿਰ x ਸਕੁਏਅਰ ਤੋਂ ਆ ਰਹੀਆਂ ਹਨ ਕਿਉਂਕਿ ਇਸ ਨੂੰ ਕੈਂਸਲ ਕਰ ਦਿੱਤਾ ਗਿਆ ਸੀ ਕਿਉਂਕਿ ਇਹ ਟਰਮਜ਼ ਇਸ ਪ੍ਰੋਡਕਟ ਦੇ ਕਾਰਨ ਹਨ। ਇੱਥੇ 4 ਟਰਮਜ਼ ਹੋਣਗੀਆਂ ਪਰ ਇੱਕ ਇੱਥੇ ਕੈਂਸਲ ਕੀਤੀ ਜਾਏਗੀ। ਅਤੇ ਉਹ 6 ਟਰਮਜ਼ ਹੋਣਗੀਆਂ, ਸਾਡੇ ਕੋਲ ਇੱਥੇ 5 ਟਰਮਜ਼ ਹੋਣਗੀਆਂ ਕਿਉਂਕਿ ਇਹ xy ਸਕੁਏਅਰ ਕੈਂਸਲ ਕਰ ਦਿੱਤਾ ਜਾਵੇਗਾ। ਅਤੇ ਹੁਣ ਅਸੀਂ ਡੈਲਟਾ x ਅਤੇ ਡੈਲਟਾ y ਦੇ ਕੋਫੀਸ਼ੀਐਂਟ ਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਾਂਗੇ। ਅਤੇ ਪਲਸ ਐਪਸੀਲੋਨ ਡੈਲਟਾ x ਅਤੇ ਐਪਸੀਲੋਨ ਡੈਲਟਾ 2 ਦੇ ਟਰਮਜ਼ ਵਿੱਚ। ਇੱਥੇ ਜੇ ਅਸੀਂ ਕਾਮਨ ਡੈਲਟਾ x ਲੈਂਦੇ ਹਾਂ ਤਾਂ ਇਹ ਇੱਥੋਂ 2x ਹੈ ਅਤੇ ਫਿਰ y ਇੱਥੋਂ ਅਤੇ ਫਿਰ ਸਾਨੂੰ ਇੱਥੋਂ ਡੈਲਟਾ x ਮਿਲੇਗਾ। y ਸਕੁਏਅਰ ਵੀ, ਇਸ ਲਈ ਇਹ ਡੈਲਟਾ x ਟਰਮ ਦੇ ਨਾਲ ਹੈ ਅਤੇ ਡੈਲਟਾ y ਤੋਂ ਅਸੀਂ ਇੱਥੇ x ਪ੍ਰਾਪਤ ਕਰਾਂਗੇ। ਅਤੇ ਡੈਲਟਾ y ਇੱਥੇ ਵੀ ਦਿਖਾਈ ਦੇ ਰਿਹਾ ਹੈ, ਇਸ ਲਈ ਡੈਲਟਾ 2xy ਡੈਲਟਾ y ਦੇ ਨਾਲ ਹੈ, ਇਸ ਲਈ ਇਹ ਉਹ ਲੀਨੀਅਰ ਟਰਮ ਹੈ ਜੋ ਅਸੀਂ ਕਲੈਕਟ ਕੀਤੀ ਹੈ ਅਤੇ ਬਾਕੀ ਅਸੀਂ ਇਸ ਫਾਰਮੈਟ ਵਿੱਚ ਰੱਖਿਆ ਹੈ ਕਿ ਡੈਲਟਾ x ਦੇ ਨਾਲ ਜੋ ਵੀ ਇੱਥੇ ਕੋਐਫੀਸ਼ੀਐਂਟਸ ਹਨ ਅਤੇ ਡੈਲਟਾ y ਦੇ ਨਾਲ ਵੀ ਸਾਨੂੰ ਇਹ ਇੱਕ ਮਿਲਿਆ ਹੈ। ਜੋ ਅਸੀਂ ਦੇਖਿਆ ਹੈ ਕਿ ਅਸੀਂ ਹੁਣ ਦਰਸਾ ਸਕਦੇ ਹਾਂ ਕਿ ਇਹ ਸਾਡਾ ਐਪਸੀਲੋਨ 1 ਹੈ ਅਤੇ ਇਹ ਸਾਡਾ ਐਪਸੀਲੋਨ 2 ਹੈ ਅਤੇ ਉਹਨਾਂ ਕੋਲ ਇਹ ਪ੍ਰਾਪਰਟੀ ਹੈ ਕਿ ਉਹ ਡੈਲਟਾ x ਤੇ ਜਾਣਗੇ ਅਤੇ ਡੈਲਟਾ y 0 ਤੇ ਜਾਏਗਾ। ਅਤੇ ਇਹ ਟੋਟਲ ਡਿਫਰੈਂਸ਼ੀਅਲ ਟਰਮ ਹੈ। ਅਤੇ ਕਿਉਂਕਿ ਇਹ ਅਤੇ ਇਹ ਸਾਡੇ ਨੋਟੇਸ਼ਨ ਵਿੱਚ b ਹੈ ਅਤੇ ਉਹ ਡੈਲਟਾ x ਡੈਲਟਾ y ਤੋਂ ਇੰਡੀਪੈਂਡੈਂਟ ਹਨ, ਇਸ ਲਈ ਸਾਡੇ ਕੋਲ a ਇਨਟੂ ਡੈਲਟਾ x b ਇਨਟੂ ਡੈਲਟਾ y ਅਤੇ ਐਪਸੀਲੋਨ 1 ਡੈਲਟਾ x ਐਪਸੀਲੋਨ 2 ਡੈਲਟਾ y। ਇਸ ਲਈ ਅਸੀਂ ਇਸ z ਨੂੰ ਇਸ ਫੰਕਸ਼ਨ ਨੂੰ ਇਸ ਫਾਰਮ ਵਿੱਚ ਦਰਸਾ ਸਕਦੇ ਹਾਂ, ਇਸ ਲਈ ਫੰਕਸ਼ਨ ਡਿਫਰੈਂਸ਼ੀਏਬਲ ਹੈ। ਅਤੇ ਇਸ ਦਾ ਕੁੱਲ ਡਿਫਰੈਂਸ਼ੀਅਲ ਇਸ ਲੀਨੀਅਰ ਟਰਮ ਦੁਆਰਾ ਦਿੱਤਾ ਜਾਵੇਗਾ ਜੋ ਕਿ ਇੱਥੇ 2x ਪਲਸ y ਸਕੁਏਅਰ dx ਅਤੇ ਐਕਸਪ੍ਰੈਸ 2xy dy ਲਿਖਿਆ ਗਿਆ ਹੈ, ਇਸ ਲਈ ਇਹ ਡਿਫਰੈਂਸ਼ੀਅਲ ਹੈ। ਇਸ ਲਈ ਹੁਣ ਕਨਕਲੂਜ਼ਨ ਤੇ ਆਉਂਦੇ ਹਾਂ, ਇਸ ਲਈ ਅਸੀਂ ਵਿਚਾਰ ਕੀਤਾ ਹੈ ਇਸ ਫੰਕਸ਼ਨ z ਨੂੰ ਪੁਆਇੰਟ xy ਤੇ ਡਿਫਰੈਂਸ਼ੀਏਬਲ ਕਿਹਾ ਜਾਂਦਾ ਹੈ। ਜੇ ਇਸ ਪੁਆਇੰਟ ਤੇ ਅਸੀਂ ਇਸ ਡੈਲਟਾ z ਨੂੰ ਡੈਲਟਾ x b ਡੈਲਟਾ y ਪਲਸ ਐਪਸੀਲੋਨ ਡੈਲਟਾ x ਐਪਸੀਲੋਨ 2 ਡੈਲਟਾ y ਦੇ ਰੂਪ ਵਿੱਚ ਦਰਸਾ ਸਕਦੇ ਹਾਂ, ਜਿੱਥੇ ਇਹ ਐਪਸੀਲੋਨ 1 ਅਤੇ ਐਪਸੀਲੋਨ 2 ਉਹ ਡੈਲਟਾ x ਡੈਲਟਾ y 0 ਤੇ ਜਾਂਦੇ ਹਨ ਅਤੇ ਇਹ ਨੰਬਰ a ਅਤੇ b ਵੀ ਹਨ ਡੈਲਟਾ x ਅਤੇ ਡੈਲਟਾ y ਤੋਂ ਇੰਡੀਪੈਂਡੈਂਟ ਹਨ। ਉਹ ਜ਼ਰੂਰੀ ਕੰਡੀਸ਼ਨਸ ਜਿਨ੍ਹਾਂ ਬਾਰੇ ਅਸੀਂ ਪੜ੍ਹਿਆ ਹੈ ਉਹ ਸਨ ਡਿਫਰੈਂਸ਼ੀਏਬਿਲਿਟੀ ਲਈ f ਦੀ ਕੰਟੀਨਿਊਇਟੀ ਜ਼ਰੂਰੀ ਹੈ ਅਤੇ f(x) ਅਤੇ f(y) ਦੇ ਪਾਰਸ਼ਲ ਡੈਰੀਵੇਟਿਵਜ਼ ਦੀ ਐਗਜ਼ਿਸਟੈਂਸ ਉਸ ਪੁਆਇੰਟ ਤੇ ਜਿੱਥੇ ਅਸੀਂ ਡਿਫਰੈਂਸ਼ੀਏਬਿਲਿਟੀ ਬਾਰੇ ਗੱਲ ਕਰ ਰਹੇ ਹਾਂ। ਇਸ ਲਈ ਇਹ 2 ਜ਼ਰੂਰੀ ਕੰਡੀਸ਼ਨਸ ਹਨ ਅਤੇ ਸਫੀਸ਼ੀਐਂਟ ਕੰਡੀਸ਼ਨਸ ਲਈ ਅਸੀਂ ਦੇਖਿਆ ਹੈ ਕਿ f(x) ਅਤੇ f(y) ਦੇ ਪਾਰਸ਼ਲ ਡੈਰੀਵੇਟਿਵਜ਼ ਦੀ ਕੰਟੀਨਿਊਇਟੀ ਮਹੱਤਵਪੂਰਨ ਹੈ। ਅਤੇ ਜਾਂ ਦੂਜੇ ਸ਼ਬਦਾਂ ਵਿੱਚ ਅਸੀਂ ਇੱਕ ਦੀ ਐਗਜ਼ਿਸਟੈਂਸ ਅਤੇ ਦੂਜੇ ਦੀ ਕੰਟੀਨਿਊਇਟੀ ਕਹਿ ਸਕਦੇ ਹਾਂ, ਭਾਵ ਇੱਕ ਦੀ ਕੰਟੀਨਿਊਇਟੀ ਜ਼ਰੂਰੀ ਹੈ ਇੱਥੇ ਕਾਫੀ ਹੈ ਕਿਉਂਕਿ ਐਗਜ਼ਿਸਟੈਂਸ ਕਿਸੇ ਵੀ ਤਰ੍ਹਾਂ ਸਾਨੂੰ ਤੁਰੰਤ ਅੰਤਰ ਬਾਰੇ ਵਿਚਾਰ ਕਰਨਾ ਪਏਗਾ ਕਿਉਂਕਿ ਪਾਰਸ਼ਲ ਡੈਰੀਵੇਟਿਵ ਦੀ ਐਗਜ਼ਿਸਟੈਂਸ ਮਹੱਤਵਪੂਰਨ ਹੈ। ਇਹ ਜ਼ਰੂਰੀ ਹੈ, ਤਦ ਹੀ ਅਸੀਂ ਡਿਫਰੈਂਸ਼ੀਏਬਿਲਿਟੀ ਬਾਰੇ ਗੱਲ ਕਰ ਸਕਦੇ ਹਾਂ। ਇਸ ਲਈ ਅਸਲ ਵਿੱਚ ਇੱਕ ਪਾਰਸ਼ਲ ਡੈਰੀਵੇਟਿਵ ਦੀ ਕੰਟੀਨਿਊਇਟੀ ਡਿਫਰੈਂਸ਼ੀਏਬਿਲਿਟੀ ਲਈ ਕਾਫੀ ਹੈ। ਇਹ ਉਹ ਹਵਾਲੇ ਹਨ ਜਿਨ੍ਹਾਂ ਦੀ ਵਰਤੋਂ ਅਸੀਂ ਇਹਨਾਂ ਲੈਕਚਰਾਂ ਨੂੰ ਤਿਆਰ ਕਰਨ ਲਈ ਕੀਤੀ ਹੈ। ਅਤੇ ਤੁਹਾਡਾ ਬਹੁਤ ਬਹੁਤ ਧੰਨਵਾਦ।